वाले इस गल का मान करते सी कि दिल्ली विच असीं बिजली बहुत चंगे ढंग नाल मैनेज की। सारियां जिन्नियां मल्टीनैशनल्स ने जिन्हां ने पुराने महंगे सौदे कीते सी दिल्ली दीयां सरकारां नाल, असीं उन्हां नूं रीराइट कीता, रीविजिट कीता। सार पंजाब दिल्ली दे विच बहुत वड्डी कंज्यूमर्स नूं राहत दवाई। आओ वेखीए इत्थे की करदे हो। हाहाकार मची। भगवंत मान जी को आप एक गल कहिंदी हुंदी सी कि पुराने जिहड़े सुखबीर सिंह बादल ने वादे कीते सी, असीं वो सारे रीविजिट करांगे, असीं बहुत सारे PPS कैंसल करांगे। हुण वक्त है, लेट अस, हुण तुहानूं मौका दिता है लोकां ने, आ दो करके विखाओ जी। जिहड़ी साडी खुद दी पैदावार है बिजली दी, वो इस टाइम तकरीबन अज दे दिन 9000 मैगावाट पंजाब नूं बिजली दी लोड़ है। साडे कोल 4400 मैगावाट, 4500-4600 मैगावाट असीं रोज़ खरीद रहे हैं, तो खरीदने भी मैं बहुत महंगे भाव ते खरीद के सस्ती बिजली देने। ਉਹਦਾ ਜਿਹੜਾ गैप है, ਜਿਹੜਾ रोज़ करोड़ों रुपए लग रहे हैं, वो कित्थों पूरा करनगे? गवर्नमेंट को पैसा है नहीं। सरकार ਦੇ ਵੇਲੇ ਵੀ ਇਹ ਮਸਲਾ ਜਿਹੜਾ ਕਿ ਕੋਲੇ ਦਾ ਉੱਠਿਆ ਸੀਗਾ ਸਰ, ਕਿਵੇਂ ਹੈ ਅਸਲ ਤਸਵੀਰ? ਜਿਵੇਂ ਤੁਸੀਂ ਦੱਸਿਆ ਕਿ ਕੋਲਾ ਸਿਰਫ ਕੁਝ ਦਿਨ ਦਾ ਹੀ ਰਹਿ ਚੁੱਕਿਆ ਹੈ, ਇਹ ਮਸਲਾ ਉਦੋਂ ਵੀ ਬੜਾ ਉੱਠਿਆ ਸੀਗਾ, ਉਦੋਂ ਵੀ ਸਵਾਲ ਬੜੇ ਖੜੇ ਹੋਏ ਸੀ, ਬਟ ਇਹੋ ਜਿਹੀ ਹਾਕਾਰ ਤੇ ਕਦੀ ਵੀ ਨਹੀਂ ਸੀ ਬਚੀ ਸੀ। ਨੇ ਵੀ ਮੀਟਿੰਗ ਕੀਤੀ ਹੈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ, ਉਹ ਵੀ ਕਹਿੰਦੇ ਨੇ ਕਿ ਵੈਟ ਜਿਹੜਾ ਕਿ ਸਟੇਟ ਘਟਾਉਣਗੇ। ਅਸੀਂ ਤੇ ਮੋਦੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸੂਬਿਆਂ ਦੇ ਕੋਲ ਤੇ ਇਹੀ ਇੱਕ ਸਾਧਨ ਹੈ ਜਿਹਦੇ ਨਾਲ ਸਾਨੂੰ 4 ਪੈਸੇ ਆਉਂਦੇ, ਬਟ ਅਸੀਂ ਆਪਣਾ ਵੈਟ ਘਟਾਇਆ, ਬਟ ਜਿੰਨੇ ਮੈਕਸਿਮਮ ਟੈਕਸਿਸ ਨੇ ਉਹ ਤਾਂ ਸੈਂਟਰ ਦੇ ਨੇ। ਸਰਕਾਰ ਕਹਿੰਦੀ ਹੈ ਕਿ ਅਗਰ ਅਸੀਂ ਦਿੱਲੀ ਗਏ ਹਾਂ ਤਾਂ ਵਿਰੋਧੀ ਧਿਰ ਨੂੰ ਜਾਂ ਦੂਸਰੀ ਪਾਰਟੀਆਂ ਨੂੰ ਕਿਸ ਚੀਜ਼ ਦਾ ਦੁੱਖ ਹੋ ਰਿਹਾ ਹੈ? ਸਾਡਾ ਐਜੂਕੇਸ਼ਨ ਸਿਸਟਮ ਪਿੱਛੇ ਮੋਦੀ ਸਾਹਿਬ ਦੀ ਗਵਰਨਮੈਂਟ ਨੇ, ਜਿਹੜੇ ਸਾਡੇ ਸਾਰੋਂ ਵੱਡੇ ਵਿਰੋਧੀ ਨੇ, ਉਹਨਾਂ ਨੇ ਪੰਜਾਬ ਨੂੰ ਨੰਬਰ 1 ਤੇ ਲੈ ਕੇ ਆਂਦਾ ਜੀ। ਇਹਨਾਂ 5-7 ਸਕੂਲ ਸਿਸੋਦੀਆ ਸਾਹਿਬ ਨੇ ਆਪਣੇ ਏਰੀਏ ਤਿਆਰ ਕੀਤੇ, ਇੱਕ ਸਵਿਮਿੰਗ ਪੂਲ ਵਿੱਚ ਬਣਾ ਦਿੱਤਾ। ਉਹ ਜਿਹੜਾ ਬੰਦਾ ਜਾਂਦਾ ਉਸੇ ਪੂਲ ਨੂੰ ਵਿਖਾ ਲੈਂਦੇ ਨੇ, ਬਾਕੀ ਮੱਲਾ ਕਲੀਨਿਕ ਕਿਤੇ ਕੋਈ ਡਾਕਟਰ ਨਹੀਂ, ਕਿਤੇ ਕੋਈ। ਅੱਛਾ ਕਰੋ ਤੁਸੀਂ, ਅਸੀਂ ਵੈਲਕਮ ਕਰਾਂਗੇ। ਜਿਸ ਤਰ੍ਹਾਂ ਮੋਦੀ ਸਾਹਿਬ ਨੇ ਗੁਜਰਾਤ ਮਾਡਲ ਵਿਖਾ ਕੇ ਤੇ ਸਾਰੇ ਦੇਸ਼ ਆਪਣਾ ਫੁੱਟਪ੍ਰਿੰਟ ਵਧਾਇਆ, ਇਹ ਹੁਣ ਬਹੁਤ ਕਾਹਲੇ ਨੇ ਕਿ ਹਿਮਾਚਲ ਦੀਆਂ ਇਲੈਕਸ਼ਨਾਂ ਆਉਣ ਵਾਲੀਆਂ, ਫੇਰ ਆਣੀ ਗੁਜਰਾਤ ਦੀ, ਫੇਰ ਆਣੀ ਹਰਿਆਣੇ ਦੀ। ਇਹ ਪੰਜਾਬ ਦੇ ਚੀਫ ਮਿਨਿਸਟਰ ਨੂੰ ਤੇ ਦਿੱਲੀ ਨੂੰ ਪੈਕੇਜਿੰਗ ਕਰਕੇ, ਦਿੱਲੀ ਦੀ ਪੈਕੇਜਿੰਗ ਕਰਕੇ ਵਿਖਾਉਣਾ ਚਾਹੁੰਦੇ ਆ। ਪਹਿਲੇ ਬਿਜਲੀ ਹੀ ਮੈਨੇਜ ਕਰਕੇ ਵਿਖਾ ਦਿਓ। ਇੰਨੀ ਐਕਸਪਰਟੀਜ਼ ਜੋ ਹੈ ਕੇਜਰੀਵਾਲ ਸਾਹਿਬ ਕੋਲ, ਤੁਹਾਡੇ ਕੋਲ ਬੜੀ ਵੱਡੀ ਟੀਮ ਹੈ ਨਾ, ਇਹਨਾਂ ਨੂੰ ਕਹੋ ਕਿ ਬਾਊ ਲਿਆ ਕੇ ਇੱਥੇ ਬਿਠਾਓ, ਮੈਨੇਜ ਕਰੋ ਬਿਜਲੀ ਬੋਰਡ ਨੂੰ। ਸਾਡੇ ਕਿਸਾਨਾਂ ਨੂੰ 10 ਘੰਟੇ ਨਿਰਵਿਘਨ ਬਿਜਲੀ ਦਿਓ। ਬਿਜਲੀ ਬੋਰਡ ਦੀ ਜਿਹੜੀ ਹਾਹਾਕਾਰ ਮਚੀ ਹੈ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਲੋਕ ਸੜਕਾਂ 'ਤੇ ਆ ਗਏ ਨੇ, ਉਹਨੂੰ ਧਿਆਨ ਉਹਨਾਂ ਦਾ ਦੂਜੇ ਪਾਸੇ ਖਿੱਚਣ ਵਾਸਤੇ ਆ ਕੰਮ ਆਰੰਭ ਹੈ ਜੀ ਕਿ ਜੀ ਪੰਚਾਇਤ ਦੀਆਂ ਪੈਲੀਆਂ ਖਾਲੀ ਕਰਾਵਾਂਗੇ, ਉਹ ਕਰੋ। ਮੋਸਟ ਵੈਲਕਮ ਜ਼ਰੂਰ ਕਰੋ, ਤਾਂ ਤੁਹਾਡਾ ਵੈਸੇ ਹੀ ਬੁਨਿਆਦੀ ਹੱਕ ਬਣ। ਇਸੇ ਟਾਈਮ ਕੇਜਰੀਵਾਲ ਸਾਹਿਬ ਛੋਟੀ ਜਿਹੀ ਉਹ ਮਰੂਤੀ ਵੈਗਨਾਰ 'ਚ ਜਾਂਦੇ ਹੁੰਦੇ ਹੈ ਚੀਫ ਮਿਨਿਸਟਰ ਜੋ ਨਵੇਂ ਬਣੇ। ਹੁਣ ਜਦੋਂ ਵੀ ਇੱਥੇ ਆਏ ਭਗਵੰਤ ਸਿੰਘ ਮਾਨ ਜੀ ਕ੍ਰਿਟਿਸਾਈਜ਼ ਕਰਦੇ ਕੈਪਟਨ ਅਮਰਿੰਦਰ ਸਿੰਘ ਦੇ ਤੌਰ 'ਤੇ, ਕਰ ਵੇਖੋ ਜੀ ਵੱਡੀਆਂ ਲੈਂਡ ਕਰੂਜ਼ਰ ਗੱਡੀਆਂ ਲੈ ਲਈਆਂ, ਅਤੇ ਜਿੱਦਾਂ ਦੇ ਬਣੇ ਨੇ ਮਾਰ ਕੇ ਛਾਲ ਉਸੇ ਲੈਂਡ ਕਰੂਜ਼ਰ ਚੜ੍ਹ ਕੇ। ਮੇਰਾ ਖਿਆਲ ਕੈਪਟਨ ਅਮਰਿੰਦਰ ਸਿੰਘ ਨੇ ਸਾਲ 'ਚ ਉਹਨਾਂ ਇਹ ਹੈਲੀਕਾਪਟਰ ਨਹੀਂ ਵਰਤਿਆ ਹੋਣਾ ਜਿੰਨਾ ਇਹਨਾਂ ਮਹੀਨੇ 'ਚ ਵਰਤ ਲਿਆ। ਇਹ ਤਾਂ ਸਾਹ ਵੀ ਨਹੀਂ ਲੈਣ ਦਿੰਦੇ ਹੈਲੀਕਾਪਟਰ। ਪੰਜਾਬ ਦਾ ਹੈਲੀਕਾਪਟਰ ਪੰਜਾਬ ਦਾ ਕੰਮ ਘੱਟ ਕਰਦਾ, ਆਪ ਦਾ ਕੰਮ ਕਦੀ ਗੁਜਰਾਤ ਕਰ ਰਿਹਾ, ਕਦੀ ਹਿਮਾਚਲ ਕਰ ਰਿਹਾ, ਕਦੀ ਕਿਤੇ ਕਰ ਰਿਹਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਅਗਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਹਰ ਰੋਜ਼ ਵੱਖ-ਵੱਖ ਚੀਜ਼ਾਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ, ਲੇਕਿਨ ਇਸ ਸਮੇਂ ਜਿਹੜੇ ਸਭ ਤੋਂ ਵੱਡਾ ਮੁੱਦਾ ਬਣਦਾ ਜਾ ਰਿਹਾ ਉਹ ਬਿਜਲੀ ਦਾ ਬਣਦਾ ਜਾ ਰਿਹਾ। ਸਾਡਾ ਇਸ ਵੇਲੇ ਗੱਲ ਕਰਨ ਦੇ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਸਰ ਮੌਜੂਦ ਨੇ। ਸਰ, ਵਿਰੋਧੀ ਧਿਰ ਵਿੱਚ ਆ ਗਏ ਹੋ ਅਤੇ ਹੁਣ ਸਰਕਾਰ ਦੇ ਕਟਾਂ ਨੂੰ ਲੈ ਕੇ ਤੁਸੀਂ ਇੱਕ ਟਵੀਟ ਵੀ ਕੀਤਾ ਸੀ, ਕਿਵੇਂ ਦੇਖਦੇ ਹੋ ਇਸ ਪੂਰੇ ਮਸਲੇ ਨੂੰ? ਦੇਖੋ, ਮੈਂ ਸਮਝਦਾ ਕਿ ਜਿਹੜੀ ਗੱਲ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਹੈ ਕਿ ਸਾਡੇ ਕੋਲ ਦਿੱਲੀ ਦਾ ਤਜਰਬਾ ਬੜਾ, ਤਾਂ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਹੁਣੇ ਹੀ ਐਗਰੀਮੈਂਟ ਦਿੱਲੀ ਨਾਲ ਕਰਕੇ ਆਏ ਹੋ, ਜਿਹੜਾ ਸਾਰਾ ਪੰਜਾਬ ਮੰਨਦਾ ਕਿ ਪੰਜਾਬ ਦੇ ਇੰਟਰਸਟ ਤੁਸੀਂ ਵਾਟਰਵੇ ਕਰ ਦਿੱਤੇ। ਜਿਸ ਤਰ੍ਹਾਂ ਕਹੀਦਾ ਕਿ ਪੰਜਾਬ ਦੇ ਜਿਹੜੇ ਹੱਕ ਹਕੂਕ ਨੇ ਤੁਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਦੇ ਦਿੱਤੇ ਨੇ। ਚਲੋ, ਉਹਨਾਂ ਕੋਲ ਬੜਾ ਐਕਸਪਰਟੀਜ਼ ਹੈ, ਤੁਹਾਡੇ ਕੋਲ ਤਾਂ ਘੱਟ ਹੈ, ਅਸੀਂ ਮੰਨਦੇ ਹਾਂ। ਆਓ ਵੇਖੀਏ ਕੇਜਰੀਵਾਲ ਸਾਹਿਬ ਹੁਣ ਇਮੀਡੀਏਟਲੀ ਪੰਜਾਬ ਨੂੰ ਇਸ ਸੰਕਟ 'ਚੋਂ ਕਿਸ ਤਰ੍ਹਾਂ ਕੱਢਦੇ ਨੇ। ਤੁਸੀਂ ਤਾਂ ਆਪ ਬਹੁਤ ਆਪ ਵਾਲੇ ਇਸ ਗੱਲ ਦਾ ਮਾਣ ਕਰਦੇ ਸੀ ਕਿ ਦਿੱਲੀ ਵਿੱਚ ਅਸੀਂ ਬਿਜਲੀ ਬਹੁਤ ਚੰਗੇ ਢੰਗ ਨਾਲ ਮੈਨੇਜ ਕੀਤੀ,
ਸਾਰੀਆਂ ਜਿੰਨੀਆਂ ਮਲਟੀਨੈਸ਼ਨਲਸ ਨੇ ਜਿਨ੍ਹਾਂ ਨੇ ਪੁਰਾਣੇ ਮਹਿੰਗੇ ਸੌਦੇ ਕੀਤੇ ਸੀ ਦਿੱਲੀ ਦੀਆਂ ਸਰਕਾਰਾਂ ਨਾਲ, ਅਸੀਂ ਉਹਨਾਂ ਨੂੰ ਰੀਰਾਈਟ ਕੀਤਾ, ਰੀਵਿਜ਼ਿਟ ਕੀਤਾ। ਪੰਜਾਬ ਦਿੱਲੀ ਦੇ ਵਿੱਚ ਬਹੁਤ ਵੱਡੀ ਕੰਜ਼ਿਊਮਰਸ ਨੂੰ ਰਾਹਤ ਦਵਾਈ। ਆਓ ਵੇਖੀਏ ਇੱਥੇ ਕੀ ਕਰਦੇ ਹੋ। ਹਾਹਾਕਾਰ ਮਚੀ ਇਹ 600 ਯੂਨਿਟ ਦੀ 2 ਮਹੀਨਿਆਂ 'ਚ ਗੱਲ ਕਰਦੇ ਨੇ। ਮੈਨੂੰ ਤਾਂ ਹੈਰਾਨੀ 600 ਯੂਨਿਟ ਤੇ ਆਪੇ ਫ੍ਰੀ ਹੋ ਜਾਣੀ, ਜੋ ਬਿਜਲੀ ਆਣੀ ਕੋਈ ਨਹੀਂ ਤੇ ਸਾਰਾ ਕੁਝ ਹੀ ਫ੍ਰੀ ਹੈ। ਹਾਂ, ਬਹੁਤ ਵੇਖੋ 18,000 ਕਰੋੜ ਰੁਪਈਆ ਗਵਰਨਮੈਂਟ ਆਫ ਪੰਜਾਬ ਦਾ PSPCL ਵੱਲ ਹੈ। ਤੇ ਜੇ ਤੁਸੀਂ ਆਪਣੀ ਮੇਨ ਆਰਗੇਨਾਈਜੇਸ਼ਨ ਜਿਹਨੂੰ ਪੁਰਾਣਾ PCPL ਉਹ ਹੈ, ਜਿਹੜੀ ਪਹਿਲੇ ਕਿਸ ਟਾਈਮ ਬਿਜਲੀ ਬੋਰਡ ਅਸੀਂ ਕਹਿੰਦੇ ਹੁੰਦੇ ਸੀ, ਆਮ ਸਧਾਰਨ ਲੋਕ ਬਿਜਲੀ ਬੋਰਡ ਨੂੰ ਛੇਤੀ ਸਮਝਣਗੇ ਕਿ ਬਿਜਲੀ ਬੋਰਡ ਨੇ 18,000 ਕਰੋੜ ਰੁਪਈਆ ਗਵਰਨਮੈਂਟ ਕੋਲ ਇਸ ਤੋਂ ਵੀ ਵੱਧ ਪੈਸੇ ਲੈਣੇ। ਜਿੰਨਾ ਚਿਰ ਉਹ ਆਪਣੀ ਪ੍ਰੀਮੀਅਰ ਆਰਗੇਨਾਈਜੇਸ਼ਨ ਨੂੰ ਤੁਸੀਂ ਪੈਸੇ ਨਹੀਂ ਪਾਓਗੇ, ਉਹ ਬਿਜਲੀ ਕਿੱਥੋਂ ਖਰੀਦ ਕੇ ਦੇਗੀ। ਤੁਹਾਡੇ ਕੋਲ ਆਪਣੀ ਬਿਜਲੀ ਦਾ ਸਾਧਨ ਆਪਣੇ ਕੋਲ ਹੈ ਸਨ, ਬਟ ਮਿਸਮੈਨੇਜ ਹੋ ਗਏ ਨੇ। ਅੱਜ ਬਹੁਤ ਵੱਡਾ ਮੌਕਾ ਹੈ ਇਹਨਾਂ ਕੋਲ। ਭਗਵੰਤ ਮਾਨ ਜੀ ਕੋ ਆਪ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਪੁਰਾਣੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਵਾਅਦੇ ਕੀਤੇ ਸੀ, ਅਸੀਂ ਉਹ ਸਾਰੇ ਰੀਵਿਜ਼ਿਟ ਕਰਾਂਗੇ, ਅਸੀਂ ਬਹੁਤ ਸਾਰੇ PPAs ਕੈਂਸਲ ਕਰਾਂਗੇ। ਹੁਣ ਵਕਤ ਹੈ, ਲੈਟ ਅਸ, ਹੁਣ ਤੁਹਾਨੂੰ ਮੌਕਾ ਦਿੱਤਾ ਲੋਕਾਂ ਨੇ, ਆ ਦੋ ਕਰਕੇ ਵਿਖਾਓ ਜੀ। ਲੇਕਿਨ ਸਰਕਾਰ ਸਰ, ਕੱਲ ਬਿਜਲੀ ਮੰਤਰੀ ਦਾ ਇੱਕ ਬਿਆਨ ਆਉਂਦਾ, ਉਹ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਕੁਝ ਥਰਮਲ ਪਲਾਂਟਸ ਜਾਂ ਕੁਝ ਚੀਜ਼ਾਂ ਦੇ ਵਿੱਚ ਅਜਿਹੀ ਚੀਜ਼ ਹੋ ਗਈ ਸੀ ਜਿਸ ਕਰਕੇ ਸਰ ਮਤਲਬ ਥੋੜੀ ਜਿਹੀ ਘਾਟ ਬਿਜਲੀ ਦੀ ਜ਼ਰੂਰ ਹੋਈ ਹੈ, ਲੇਕਿਨ ਉਹ ਦੁਰੁਸਤ ਜਲਦੀ ਹੋ ਜਾਏਗੀ। ਕੁਝ ਥਰਮਲ ਪਲਾਂਟਸ ਬੰਦ ਹੋ ਗਏ ਸੀ, ਕੁਝ ਟੈਕਨੀਕਲ ਤਮਾਮ ਜੋ ਚੀਜ਼ਾਂ ਹੋਈਆਂ ਸੀ, ਕਿਵੇਂ ਉਹ ਕਹਿੰਦੇ ਨੇ ਕਿ ਦੁਰੁਸਤ ਹੋ ਜਾਏਗੀ ਜਲਦੀ ਜਿਵੇਂ ਹੀ ਉਹ ਚੀਜ਼ਾਂ ਠੀਕ ਹੋਣਗੀਆਂ। ਮੈਡਮ ਤੁਸੀਂ ਮੈਨੂੰ ਦੱਸੋ, ਬਿਜਲੀ ਬੋਰਡ ਨੇ ਕੱਲ੍ਹ ਹੀ ਦੱਸਿਆ ਕਿ 3-4 ਦਿਨ ਤੇ ਸਾਡੇ ਕੋਲ ਕੋਈ ਦਰੁਸਤ ਕਰਨ ਦਾ ਤੌਰ ਤਰੀਕਾ ਨਹੀਂ। ਐਂਡ ਮੈਂ 100% ਸ਼ੋਰ ਹਾਂ ਇਹਨਾਂ ਕੋਲ ਕੋਈ ਰਸਤਾ ਨਹੀਂ ਹੈ, ਕਿਉਂਕਿ ਦੇ ਆਰ ਸ਼ਾਰਟ ਆਫ ਫੰਡਸ, ਪੈਸੇ ਇਹਨਾਂ ਕੋਲ ਹੈ ਕੋਈ ਨਹੀਂ। ਬਿਜਲੀ ਸੈਂਟਰ ਗ੍ਰਿਡ ਦੇ ਵਿੱਚੋਂ, ਨੈਸ਼ਨਲ ਗ੍ਰਿਡ ਦੇ ਵਿੱਚੋਂ ਇਹਨਾਂ ਨੂੰ ਖਰੀਦਣੀ ਪੈਂਦੀ, ਤੇ ਜੇ ਤੁਸੀਂ ਪੈਸੇ ਐਡਵਾਂਸ ਦੇ ਵਿੱਚ ਪੈਸੇ ਦਿਓਗੇ ਉਹਨਾਂ ਨੂੰ ਤਾਂ ਹੀ ਖਰੀਦਣਗੇ ਜੀ। ਜਿਹੜੀ ਸਾਡੀ ਖੁਦ ਦੀ ਪੈਦਾਵਾਰ ਹੈ ਬਿਜਲੀ ਦੀ, ਉਹ ਇਸ ਟਾਈਮ ਤਕਰੀਬਨ ਅੱਜ ਦੇ ਦਿਨ 9,000 ਮੈਗਾਵਾਟ ਪੰਜਾਬ ਨੂੰ ਬਿਜਲੀ ਦੀ ਲੋੜ ਹੈ। ਸਾਡੇ ਕੋਲ 4400 ਮੈਗਾਵਾਟ, 4500-4600 ਮੈਗਾਵਾਟ ਅਸੀਂ ਰੋਜ਼ ਖਰੀਦ ਰਹੇ ਹਾਂ, ਤੇ ਖਰੀਦ ਰਹੇ ਵੀ ਮੈਂ ਬਹੁਤ ਮਹਿੰਗੇ ਭਾਅ 'ਤੇ ਖਰੀਦ ਕੇ ਸਸਤੀ ਬਿਜਲੀ ਦਿੰਦੇ ਹਾਂ। ਉਹਦਾ ਜਿਹੜਾ ਗੈਪ ਹੈ, ਜਿਹੜਾ ਰੋਜ਼ ਕਰੋੜਾਂ ਰੁਪਏ ਲੱਗ ਰਹੇ ਨੇ, ਉਹ ਕਿੱਥੋਂ ਪੂਰਾ ਕਰਨਗੇ। ਗਵਰਨਮੈਂਟ ਕੋਲ ਕੋਈ ਪੈਸਾ ਹੈ ਨਹੀਂ, ਕੋਈ ਅਜੇ ਤੱਕ ਇਹਨਾਂ ਸਾਧਨ ਨਹੀਂ ਦੱਸੇ ਕਿ ਅਸੀਂ ਇਹ ਪੈਸੇ ਕਿੱਥੋਂ ਲੈ ਕੇ ਆਣੇ। ਤੋ ਇਹ ਤਾਂ ਸਿੱਧਾ ਤੌਰ ਹੈ ਡਿਮਾਂਡ ਦਾ। ਇੱਕ ਪਾਸੇ ਤੁਹਾਡੇ ਕੋਲ ਪੈਸੇ ਹੋਣਗੇ ਤਾਂ ਬਿਜਲੀ ਮਿਲ ਸਕਦੀ ਹੈ, ਅਜੇ ਵੀ ਮਿਲ ਰਹੀ, ਬਟ ਬਿਜਲੀ ਬਹੁਤ ਮਹਿੰਗੇ ਰੇਟਸ 'ਤੇ। ਦੂਜੀ ਗੱਲ ਹੈ ਕਿ ਜਿਹੜੀ ਪ੍ਰੈਪਰੇਸ਼ਨ ਹੋਣੀ ਚਾਹੀਦੀ ਸੀ ਇਹਨਾਂ ਕੋਲ, ਜਿੰਨੇ ਥਰਮਲ ਪਲਾਂਟਸ ਨੇ ਉਹਨਾਂ ਦਾ ਮੈਡਮ ਇੱਕ ਕਾਨੂੰਨ ਹੈ, ਇੱਕ ਕੰਟਰੈਕਟ ਹੁੰਦਾ ਕਿ ਅਸੀਂ ਘੱਟ ਤੋਂ ਘੱਟ 1 ਮਹੀਨੇ ਦਾ ਕੋਲਾ ਸਾਡੇ ਕੋਲ ਹਮੇਸ਼ਾ ਸਟਾਕ 'ਚ ਪਿਆ ਰਹੇਗਾ। ਅੱਜ ਤੁਸੀਂ ਵੇਖੋ ਅੱਧੇ ਥਰਮਲ ਬੰਦ ਨੇ, ਅੱਧਿਆਂ ਕੋਲ ਸਾਰਾ 2-2, 3-3 ਦਾ ਕੋਲਾ ਰਹਿ ਗਿਆ ਜੀ। ਐਡਵਾਂਸ ਇਹਨਾਂ ਨੇ ਪੇਮੈਂਟਸ ਕੋਲੇ ਦੀਆਂ ਨਹੀਂ ਕੀਤੀਆਂ ਜੀ। ਵੇਖੋ ਮੈਂ ਬਹੁਤ ਸਾਰੇ ਦਿੱਲੀ ਦੇ ਵਿੱਚ, ਹਰਿਆਣੇ ਦੇ ਵਿੱਚ ਸੀਨੀਅਰ ਬਿਜਲੀ ਦੇ ਅਧਿਕਾਰੀਆਂ ਨੂੰ ਪੁੱਛਿਆ, ਕਿਉਂਕਿ ਪੰਜਾਬ ਦੇ ਅਧਿਕਾਰੀ ਹੁਣ ਚੁੱਪ ਹੋ ਕੇ ਗੱਲ ਦੱਸਣ ਤੋਂ, ਉਹ ਕਹਿੰਦੇ ਬਾਜਵਾ ਸਾਹਿਬ ਅਸੀਂ ਐਡਵਾਂਸ ਦੇ ਵਿੱਚ ਪੈਸੇ ਦਿੰਦੇ ਹਾਂ ਕੋਲੇ ਦੇ, ਫਿਰ ਵੀ ਕੋਲਾ ਮਿਲ ਜੇ ਟਾਈਮ ਸਿਰ, ਇਹ ਵੀ ਬੜੀ ਵੱਡੀ ਗਨੀਮਤ ਹੈ, ਕਿਉਂਕਿ ਕੋਲੇ ਦੀ ਇਸ ਟਾਈਮ ਸਾਰੇ ਹਿੰਦੁਸਤਾਨ 'ਚ ਘਾਟ ਹੈ। ਕਾਂਗਰਸ ਸਰਕਾਰ ਦੇ ਵੇਲੇ ਵੀ ਇਹ ਮਸਲਾ ਜਿਹੜਾ ਕਿ ਕੋਲੇ ਦਾ ਉੱਠਿਆ ਸੀਗਾ ਸਰ, ਕਿਵੇਂ ਹੈ ਅਸਲ ਤਸਵੀਰ? ਜਿਵੇਂ ਤੁਸੀਂ ਦੱਸਿਆ ਕਿ ਕੋਲਾ ਸਿਰਫ ਕੁਝ ਦਿਨ ਦਾ ਹੀ ਰਹਿ ਚੁੱਕਿਆ ਹੈ, ਇਹ ਮਸਲਾ ਉਦੋਂ ਵੀ ਬੜਾ ਉੱਠਿਆ ਸੀਗਾ, ਉਦੋਂ ਵੀ ਸਵਾਲ ਬੜੇ ਖੜੇ ਹੋਏ ਸੀ। ਨਹੀਂ ਖੜੇ ਹੋਏ ਸੀ, ਬਟ ਇਹੋ ਜਿਹੀ ਹਾਹਾਕਾਰ ਤਾਂ ਕਦੀ ਵੀ ਨਹੀਂ ਸੀ ਮਚੀ ਜੀ। ਤੁਸੀਂ ਵੇਖੋ ਡੋਮੈਸਟਿਕ ਕੰਜ਼ਿਊਮਰਸ ਜਿਹੜਾ ਸੀ ਸ਼ਹਿਰਾਂ ਦਾ, ਪਿੰਡਾਂ ਦਾ, ਅਸੀਂ ਬਕਾਇਦਾ ਤੋਂ ਲਾਈਟ ਦਿੰਦੇ ਰਹੇ। ਫਿਰ ਉਸ ਤੋਂ ਬਾਅਦ ਵੇਖੋ ਯੂਨੀਫਾਰਮਲੀ ਅਸੀਂ 3 ਰੁਪਏ ਯੂਨਿਟ ਦਾ ਕੰਜ਼ਿਊਮਰਸ ਨੂੰ, ਸਾਰੀ ਇੰਡਸਟਰੀ ਨੂੰ, ਸਾਰਿਆਂ ਨੂੰ ਬੈਨੀਫਿਟ ਦਿੱਤਾ। ਮੇਰੀ ਅਜੇ ਵੀ ਰਾਏ ਹੈ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਜੇ ਤੁਸੀਂ ਬੈਨੀਫਿਟ ਦੇਣਾ ਤੇ ਸਾਰੇ ਵਰਗਾਂ ਨੂੰ, ਜਿਸ ਤਰ੍ਹਾਂ ਅਸੀਂ 3 ਰੁਪਏ ਬਿਜਲੀ ਪਿੱਛੇ 4-5 ਮਹੀਨੇ ਪਹਿਲੇ ਘਟਾਈ, ਸਾਰੇ ਪੰਜਾਬ 'ਚ ਬਹੁਤ ਵੱਡੀ ਰਾਹਤ ਮਿਲੀ, ਤੁਸੀਂ ਵੀ ਜੇ ਦੇਣਾ ਤਾਂ ਸਾਰਿਆਂ ਨੂੰ ਦਿਓ, ਸਾਰੀਆਂ ਕਲਾਸਿਸ ਨੂੰ ਦਿਓ। ਉਹਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਤੁਸੀਂ ਅਮੀਰ ਵੀ ਕਹਿੰਦੇ ਹੋ, ਉਹ ਵੀ ਕੰਟਰੀਬਿਊਟ ਕਰਦੇ ਨੇ। ਸਾਰੇ ਪੰਜਾਬ ਦੇ ਹਰ ਵਰਗ ਨੂੰ, ਅਮੀਰ ਨੂੰ, ਗਰੀਬ ਨੂੰ, ਮਿਡਲ ਕਲਾਸ ਨੂੰ, ਸਾਡੇ ਦਲਿਤ ਵੀਰਾਂ ਨੂੰ, ਸਾਡੇ ਪਛੜੀਆਂ ਸ਼੍ਰੇਣੀਆਂ ਨੂੰ, ਸਾਰਿਆਂ ਨੂੰ ਇਹ ਜਾਪੇ ਕਿ ਸਰਕਾਰ ਸਾਡੀ ਸਾਰਿਆਂ ਦੀ। ਜਿਸ ਤਰ੍ਹਾਂ ਅਸੀਂ ਤੇਲ ਦੇ ਰੇਟ ਘਟਾਏ, ਪੈਟਰੋਲ ਦੇ, ਡੀਜ਼ਲ ਤੇ, ਯੱਕ ਮੁਸ਼ਤ ਸਾਰਿਆਂ ਦੇ ਘਟਾਏ। ਪ੍ਰਧਾਨ ਮੰਤਰੀ ਵੀ ਨੇ ਵੀ ਮੀਟਿੰਗ ਕੀਤੀ ਹੈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ, ਉਹ ਵੀ ਕਹਿੰਦੇ ਨੇ ਕਿ ਵੈਟ ਜਿਹੜਾ ਕਿ ਸਟੇਟ ਘਟਾਉਣਗੀਆਂ। ਕਿਵੇਂ ਦੇਖਦਾ ਵਿਰੋਧੀ ਧਿਰ, ਕਿ ਇਸ ਨੂੰ ਲੈ ਕੇ ਵਿਰੋਧੀ ਧਿਰ ਦੀ ਪੂਰੀ ਭੂਮਿਕਾ ਨਿਭਾਓਗੇ, ਕਿ ਇਸ ਨੂੰ ਲੈ ਕੇ ਆਵਾਜ਼ ਚੁੱਕੋਗੇ? ਦੇਖੋ ਮੈਡਮ, ਮੈਂ ਤਾਂ ਦੱਸਣਾ ਚਾਹੁੰਦਾ, ਪੰਜਾਬ ਨੇ ਪਿੱਛੇ ਹੀ 4-5 ਮਹੀਨੇ ਪਹਿਲੇ ਸਲੈਸ਼ ਕੀਤੀਆਂ ਸਕੀਮਾਂ।
ਅਸੀਂ ਤੇ ਮੋਦੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਸੂਬਿਆਂ ਦੇ ਕੋਲ ਤੇ ਇਹੀ ਇੱਕ ਸਾਧਨ ਹੈ ਜਿਹਦੇ ਨਾਲ ਸਾਨੂੰ 4 ਪੈਸੇ ਆਉਂਦੇ, ਬਟ ਅਸੀਂ ਆਪਣਾ ਵੈਟ ਘਟਾਇਆ, ਬਟ ਜਿੰਨੇ ਮੈਕਸਿਮਮ ਟੈਕਸਿਸ ਨੇ ਉਹ ਤਾਂ ਸੈਂਟਰ ਦੇ ਨੇ। ਪਿਛਲੇ 8 ਸਾਲ 'ਚ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਜ਼ਰੀਏ ਸਾਰੇ ਸੁਣਨ ਵਾਲੇ ਤੁਹਾਡੇ ਸਰੋਤਿਆਂ ਨੂੰ, ਤਕਰੀਬਨ 26 ਲੱਖ ਕਰੋੜ ਰੁਪਈਆ 8 ਸਾਲ 'ਚ ਇਹਨਾਂ ਨੇ, ਸੈਂਟਰ ਸਰਕਾਰ ਨੇ ਪੈਟਰੋਲੀਅਮ ਪ੍ਰੋਡਕਟਸ 'ਤੇ ਟੈਕਸਿਸ ਲਾਏ ਨੇ। 26 ਲੱਖ ਕਰੋੜ ਰੁਪਇਆ। ਜੋ ਕੁਝ ਇੰਨਾ ਇਹ ਤਾਮ-ਝਾਮ ਵਿਖਾਉਂਦੇ ਫਿਰਦੇ ਨੇ, ਇਹ ਬੇਸਿਕਲੀ ਲੋਕਾਂ ਦੀਆਂ ਜੇਬਾਂ 'ਚੋਂ ਕੱਢੇ ਪੈਸੇ ਨੇ। ਲੋਅਰ ਮਿਡਲ ਕਲਾਸ ਤੇ ਮਿਡਲ ਕਲਾਸ ਦੇ ਸੈਲਰੀਡ ਕਲਾਸ ਲੋਕ ਜਿਹੜੇ, ਇੰਨਾ ਮਹਿੰਗਾ ਤੇਲ ਹੋ ਗਿਆ। ਤੁਸੀਂ ਸਾਡੇ ਆਲੇ ਦੁਆਲੇ ਦੀਆਂ ਮਾਰਕੀਟਸ ਨੇ, ਹਿੰਦੁਸਤਾਨ ਦੇ ਆਲੇ ਦੁਆਲੇ ਪਾਕਿਸਤਾਨ ਨੇ ਜੀ, ਨਾਲ ਤੁਹਾਡੇ ਨੇਪਾਲ ਹੈ, ਨਾਲ ਤੁਹਾਡੇ ਭੂਟਾਨ ਹੈ, ਨਾਲ ਤੁਹਾਡੇ ਸ਼੍ਰੀਲੰਕਾ ਹੈ। ਤੁਸੀਂ ਇਹਨਾਂ ਦੇ ਰੇਟਸ ਕੰਪੈਰੀਟਿਵ ਜਿਹੜੀ ਸਾਕ ਨੇਸ਼ਨਸ ਨੇ ਇਹਨਾਂ ਦੇ ਰੇਟਸ ਵੇਖੋ, ਹਿੰਦੁਸਤਾਨ ਡਿਊੜਾ ਮਹਿੰਗਾ ਉਹਨਾਂ ਨੂੰ ਜੀ। ਤੇਲ 'ਚ ਸਾਰੇ ਹੀ ਦੇਸ਼ ਬਾਹਰਲੇ ਦੇਸ਼ਾਂ 'ਚੋਂ ਮੰਗਵਾਉਂਦੇ ਨੇ, ਕਿਉਂਕਿ ਇੱਥੇ ਆਇਲ ਪ੍ਰੋਡਿਊਸਿੰਗ ਦੇਸ਼ ਕੋਈ ਵੀ ਹੈ ਨਹੀਂ ਇਸ ਰੀਜਨ 'ਚ, ਬਹੁਤ ਥੋੜ੍ਹਾ। ਜਿਸ ਤਰ੍ਹਾਂ ਹਿੰਦੁਸਤਾਨ ਕੋ ਵੀ ਨਿਰਾ 20% ਤੇਲ, ਸਾਡੇ ਕੋਲ ਆਪਣਾ 80% ਹੀ ਬਾਹਰੋਂ ਮੰਗਵਾਉਂਦੇ ਹਾਂ। ਸੋ ਇਸ ਦੇ ਬਾਵਜੂਦ ਵੀ ਤੁਸੀਂ ਇੰਨਾ ਟੈਕਸਿਸ ਲਗਾ ਦਿੱਤੇ ਨੇ। ਤੁਸੀਂ ਸੂਬਿਆਂ ਨੂੰ ਕਹੀ ਜਾਂਦੇ ਹੋ, ਸੂਬੇ ਤਾਂ ਠੀਕ ਹੈ, ਸੂਬੇ ਜਿੰਨੇ ਕੁ ਜੋਗੇ ਐ ਸੀ, ਅਸੀਂ ਆਲਰੇਡੀ ਕਾਂਗਰਸ ਨੇ ਕਰ ਦਿੱਤਾ। 10 ਰੁਪਈਏ ਅਸੀਂ ਪਿੱਛੇ ਪੈਟਰੋਲ ਘਟਾਇਆ, ਡੀਜ਼ਲ ਘਟਾਇਆ, ਸਾਰਾ ਕੁਝ ਕੀਤਾ, ਵੱਡੀ ਰਾਹਤ ਦਿੱਤੀ ਹੈ ਜੀ। ਅਤੇ ਸੋ ਮੈਂ ਤਾਂ ਅੱਜ ਫਿਰ ਮੋਦੀ ਸਾਹਿਬ ਤੋਂ ਮਾਨ ਸਾਹਿਬ ਕੋਲ ਆਉਣਾ ਚਾਹੁੰਦਾ ਕਿ ਮਾਨ ਸਾਹਿਬ ਤੁਸੀਂ ਦਿੱਲੀ ਵਕਤ ਨਾ ਬਹੁਤਾ ਲਾਓ। ਤੁਸੀਂ ਸੂਬੇ ਦੇ ਸਰਕਾਰ ਦੇ, ਸੂਬੇ ਦੇ ਲੋਕਾਂ ਨੇ ਤੁਹਾਨੂੰ ਚੁਣਿਆ। ਵੱਡੇ ਪੈਮਾਨੇ 'ਤੇ ਅੱਜ ਮੈਂ ਵੇਖਿਆ ਸੰਗਰੂਰ ਦੇ ਵਿੱਚ ਅੱਗਾਂ ਚੱਲ ਰਹੀਆਂ ਨੇ, ਕਈ ਪਿੰਡਾਂ ਵਿੱਚ ਅੱਗ ਲੱਗੀ ਹੈ, ਕੋਈ ਵਾਰਨਿੰਗ ਨਹੀਂ ਲੋਕਾਂ ਨੂੰ, ਨਾ ਲੋਕਾਂ ਨੂੰ ਕੋਈ ਰਾਹਤ ਦਿੱਤੀ ਗਈ ਉਹਦੇ 'ਚੋਂ। ਸੋ ਇਹ ਤਾਂ ਆਰ ਹਾਊਸਿਸ ਸਮਝੋ ਬੇਸਿਕਲੀ ਤਾਂ ਸਾਡਾ ਸੂਬੇ ਨੂੰ ਧਿਆਨ ਦੇਣ ਦੀ ਲੋੜ ਹੈ। ਹਾਹਾਕਾਰ ਮਚੀ ਹੈ ਸਾਰੇ ਸੂਬੇ 'ਚ। ਲੇਕਿਨ ਸਰਕਾਰ ਕਹਿੰਦੀ ਹੈ ਕਿ ਅਗਰ ਅਸੀਂ ਦਿੱਲੀ ਗਏ ਹਾਂ ਤਾਂ ਵਿਰੋਧੀ ਧਿਰ ਨੂੰ ਜਾਂ ਦੂਸਰੀ ਪਾਰਟੀਆਂ ਨੂੰ ਕਿਸ ਚੀਜ਼ ਦਾ ਦੁੱਖ ਹੋ ਰਿਹਾ ਹੈ। ਪੰਜਾਬ ਦੇ ਹਾਲਾਤ ਇਹਨਾਂ ਨੇ ਅਜਿਹੇ ਕੀਤੇ ਨੇ ਕਿਉਂਕਿ ਰਿਵਾਇਤੀ ਪਾਰਟੀਆਂ ਸੀ, ਪੁਰਾਣੀ ਪਾਰਟੀਆਂ ਸੀਗੀਆਂ ਇਹ। ਅਗਰ ਇਹ ਹਾਲਾਤ ਨਾ ਹੁੰਦੇ ਤਾਂ ਸ਼ਾਇਦ, ਔਰ ਅਗਰ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਹੈ, ਅੱਗੇ ਲੈ ਕੇ ਜਾਣਾ ਹੈ, ਅਗਰ ਅਸੀਂ ਦਿੱਲੀ ਗਏ, ਕੁਝ ਅੱਛਾ ਅਗਰ ਸਾਨੂੰ ਉੱਥੋਂ ਮਿਲਦਾ ਹੈ, ਜਾਂ ਸਾਨੂੰ ਕਿਤੇ ਹੋਰ ਵੀ, ਨਹੀਂ ਦਿੱਲੀ ਨਹੀਂ, ਸਾਨੂੰ ਕਿਤੇ ਹੋਰ ਬਾਹਰ ਜਾ ਕੇ ਵੀ ਕੁਝ ਚੀਜ਼ ਅਗਰ ਮਿਲਦੀ ਹੈ ਤਾਂ ਉਸ ਨੂੰ ਲੈ ਕੇ ਵੀ ਤਾਂ ਕੋਈ ਮਾੜੀ ਗੱਲ ਨਹੀਂ ਹੈ। ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਅਕਾਲੀ ਦਲ ਨੂੰ ਵੀ ਘੇਰਿਆ ਸੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਹ ਤਾਂ ਬਾਹਰ ਜਾ ਕੇ ਬੈਠ ਜਾਂਦੀ ਸੀ ਮਸਲਿਆਂ ਨੂੰ ਲੈ ਕੇ। ਮੈਡਮ ਅਸੀਂ ਇਹ ਨਹੀਂ ਕਹਿੰਦੇ ਬਾਹਰੋਂ ਕੋਈ ਐਕਸਪਰਟੀਜ਼ ਨਾ ਲੈ ਕੇ ਆਓ, ਅਸੀਂ ਇਹ ਨਹੀਂ ਕਹਿੰਦੇ ਸਲਾਹ ਨਾ ਕਰੋ, ਅਸੀਂ ਇਹ ਕਹਿੰਦੇ ਹਾਂ ਪੰਜਾਬ ਦੇ ਇੰਟਰਸਟ ਜਿਹੜੇ ਨੇ ਤੁਸੀਂ ਐਗਰੀਮੈਂਟਸ ਕੀਤੇ ਨੇ। ਪਹਿਲੇ ਕੇਜਰੀਵਾਲ ਸਾਹਿਬ ਨੇ ਸਿੱਧੇ ਤੌਰ ਅਫਸਰ ਸੱਦ ਲਏ ਉੱਥੇ, ਜਿਹੜੇ ਕੌਨਸਟੀਟਿਊਸ਼ਨ ਦੇ ਵੀ ਖਿਲਾਫ ਨੇ, ਜਿਹੜੇ ਕਿਸੇ ਚੀਫ ਮਿਨਿਸਟਰ ਕੋ ਦੂਜੇ ਚੀਫ ਮਿਨਿਸਟਰ ਦੇ ਅਫੀਸ਼ੀਅਲਸ ਨੂੰ ਉਹਦੀ ਇਜਾਜ਼ਤ ਤੋਂ ਬਿਨਾਂ ਸੱਦਣਾ, ਉਹ ਕੋਈ ਹੱਕ ਹੈ ਨਹੀਂ। ਸੋ ਉਹਨੂੰ ਇੱਕ ਕੈਮੋਫਲਾਜ ਕਰਨ ਵਾਸਤੇ, ਉਹਨੂੰ ਇੱਕ ਲੀਗਲ ਤਰੀਕੇ ਦੇ ਨਾਲ, ਹੁਣ ਇਹ ਜਿੰਨੀਆਂ ਮੀਟਿੰਗ ਜਦੋਂ ਮਰਜ਼ੀ ਸੱਦ ਲਿਆ ਕਰਨਗੇ, ਕਹਿਣਗੇ ਸਾਡਾ ਤਾਂ ਬਾਹਮੀ ਫੈਸਲਾ ਹੋਇਆ ਜੀ। ਸਾਨੂੰ ਕਰਕੇ ਤੇ ਵਿਖਾਣ। ਸਾਡੇ ਸਕੂਲ, ਸਾਡੀ ਯੂਨੀਵਰਸਿਟੀਜ਼ ਦਿੱਲੀ ਨੂੰ ਕਿਤੇ ਬਿਹਤਰ ਨੇ। ਮੈਂ ਤੁਹਾਨੂੰ ਯਕੀਨਨ ਤੌਰ ਦੱਸਾਂ ਨਾ, ਸਾਡਾ ਐਜੂਕੇਸ਼ਨ ਸਿਸਟਮ ਪਿੱਛੇ ਮੋਦੀ ਸਾਹਿਬ ਦੀ ਗਵਰਨਮੈਂਟ ਨੇ, ਜਿਹੜੇ ਸਾਡੇ ਸਾਰੋਂ ਵੱਡੇ ਵਿਰੋਧੀ ਨੇ, ਉਹਨਾਂ ਨੇ ਪੰਜਾਬ ਨੂੰ ਨੰਬਰ 1 'ਤੇ ਲੈ ਕੇ ਆਂਦਾ ਜੀ। ਦਿੱਲੀ ਇਜ਼ ਪਲੇਸਡ ਐਟ ਨੰਬਰ 6। ਤੁਸੀਂ 10 ਸਕੂਲ ਉੱਥੇ ਲੋਕਾਂ ਨੂੰ ਵਿਖਾਉਣ ਵਾਸਤੇ, ਜਿਸ ਤਰ੍ਹਾਂ ਸ਼ੋਰੂਮ ਨਹੀਂ ਹੁੰਦੇ ਲੋਕਾਂ ਰੱਖੇ ਜੀ, ਕਿ ਸਾਰਾ ਸਮਾਨ ਵੇਅਰ ਹਾਊਸ 'ਚ ਪਿਆ ਹੁੰਦਾ ਅਤੇ ਇੱਕ ਸ਼ੋਰੂਮ ਰੱਖਿਆ ਹੁੰਦਾ ਸਮਾਨ ਨੂੰ ਵਿਖਾਉਣ ਵਾਸਤੇ, ਆਪਣੀ ਪੈਕੇਜਿੰਗ, ਆਪਣੀ ਜਿਸ ਤਰ੍ਹਾਂ ਸੇਲੇਬਿਲਿਟੀ ਵਧਾਉਣ ਵਾਸਤੇ। ਸੋ ਉਹ ਉਸ ਤਰ੍ਹਾਂ ਇਹਨਾਂ 5-7 ਸਕੂਲ ਸਿਸੋਦੀਆ ਸਾਹਿਬ ਨੇ ਆਪਣੇ ਏਰੀਏ ਤਿਆਰ ਕੀਤੇ, ਇੱਕ ਸਵਿਮਿੰਗ ਪੂਲ ਵਿੱਚ ਬਣਾ ਦਿੱਤਾ। ਉਹ ਜਿਹੜਾ ਬੰਦਾ ਜਾਂਦਾ ਉਸੇ ਪੂਲ ਨੂੰ ਵਿਖਾ ਲੈਂਦੇ ਨੇ। ਬਾਕੀ ਮੱਲਾ ਕਲੀਨਿਕ ਕਿਤੇ ਕੋਈ ਡਾਕਟਰ ਨਹੀਂ, ਕਿਤੇ ਕੋਈ, ਅੱਛਾ ਕਰੋ ਤੁਸੀਂ, ਅਸੀਂ ਵੈਲਕਮ ਕਰ ਰਹੇ, ਅਸੀਂ ਇਹ ਨਹੀਂ ਗੱਲ ਕਹਿੰਦੇ, ਬਟ ਅਸੀਂ ਕਹਿੰਦੇ ਹਾਂ ਪੰਜਾਬ ਦੇ ਹੱਕ ਹਕੂਕ ਜਿਹੜੇ ਨੇ। ਮਾਨ ਸਾਹਿਬ ਇੱਕ ਫੁੱਲ ਫਲੈਸ਼ ਸਟੇਟ ਦੇ ਚੀਫ ਮਿਨਿਸਟਰ ਨੇ, ਕੇਜਰੀਵਾਲ ਸਾਹਿਬ ਇੱਕ ਗਲੋਰੀਫਾਈਡ ਮੇਅਰ ਨੇ ਦਿੱਲੀ ਦੇ। ਦਿੱਲੀ ਇਨ ਇਟਸੈਲਫ ਮੈਡਮ ਇਜ਼ ਨਾਟ ਅ ਸਟੇਟ। ਦਿੱਲੀ ਤਾਂ ਸਟੇਟ ਹੀ ਹੈ ਨਹੀਂ, ਇੱਕ ਮੇਅਰਸ਼ਿਪ ਹੈ ਬੇਸਿਕਲੀ। ਨਾ ਉਹਨਾਂ ਕੋਲ ਪੁਲਿਸ ਦੀਆਂ ਪਾਵਰਸ ਨੇ, ਨਾ MCD ਦੀਆਂ ਪਾਵਰਸ ਨੇ, ਨਾ ਬਦਲੀਆਂ ਦੀਆਂ ਪਾਵਰਸ ਨੇ। ਬਦਲੀ ਵੀ ਜੇ ਇੱਕ ਕੇਜਰੀਵਾਲ ਸਾਹਿਬ ਨੇ ਕਰਨੀ ਹੁੰਦੀ ਹੈ, ਇਹਨਾਂ ਨੂੰ ਲਿਖ ਕੇ ਰਿਕਮੈਂਡੇਸ਼ਨ ਲੈਫਟੀਨੈਂਟ ਗਵਰਨਰ ਕੋ ਕਰਨੀ ਪੈਂਦੀ ਹੈ। ਕਿ ਮੇਰੀ ਗੱਲ ਸਮਝਦੇ ਹੋ ਕਿ ਨਹੀਂ ਜੀ? ਕੀ ਸਾਨੂੰ ਇਹ ਦੇਣਗੇ ਉੱਥੋਂ ਜੀ? ਜੇ ਤੁਸੀਂ ਇਹ ਕੰਮ, ਅਸੀਂ ਕਦੋਂ ਰੋਕਿਆ ਜੀ? ਉਹਨਾਂ ਦੇ ਅਫਸਰ ਇੱਥੇ ਸੱਦ ਲੈਂਦੇ, ਤੁਸੀਂ ਪੁੱਠਾ ਕੰਮ ਕਿਉਂ ਕਰਦੇ ਫਿਰਦੇ ਹੋ? ਇੱਕ ਫੁੱਲ ਫਲੈਸ਼ ਸਟੇਟ ਦਾ ਚੀਫ ਮਿਨਿਸਟਰ ਜਿਹੜਾ ਹੈ, ਉੱਥੇ ਜਾ ਕੇ 8 ਸਾਲ, ਮੈਂ ਪੁੱਛਣਾ ਚਾਹੁੰਦਾ, ਸਾਡੇ ਤਾਂ ਬੜੇ ਕਰੀਬੀ ਮਿੱਤਰ ਨੇ ਮਾਨ ਸਾਹਿਬ, 8 ਸਾਲ ਤੁਸੀਂ ਪਾਰਲੀਮੈਂਟ 'ਚ ਰਹੇ, 5 ਸਾਲ ਪਹਿਲੀ ਲੋਕ ਸਭਾ, 2.5-3 ਸਾਲ ਹੁਣ, ਤੁਸੀਂ ਉਹਨਾਂ ਦਾ ਕੋਈ ਸਕੂਲ ਅਤੇ ਕੋਈ ਹੌਸਪੀਟਲ ਆ ਜਿਹੜਾ ਮਹੱਲਾ ਕਲੀਨਿਕ ਪਹਿਲੇ ਵਿਜ਼ਿਟ ਹੀ ਨਹੀਂ ਕੀਤੀ ਜੀ। ਤੁਸੀਂ ਅੱਜ ਇੱਕ PR ਜੋਬ ਬਜਾਏ ਪੰਜਾਬ ਦੀ PR ਕਰਨ ਦੇ,
ਪੰਜਾਬ ਨੂੰ ਸੈੱਲ ਕਰਨ ਦੇ ਬਜਾਏ ਤੁਸੀਂ ਦਿੱਲੀ ਨੂੰ ਸੈੱਲ। ਬੇਸਿਕ ਆਈਡੀਆ ਕੀ ਹੈ, ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਚਾਹੁੰਦਾ ਤੁਹਾਡੇ ਵੇਖਣ ਵਾਲਿਆਂ ਨੂੰ। ਜਿਸ ਤਰ੍ਹਾਂ ਮੋਦੀ ਸਾਹਿਬ ਨੇ ਗੁਜਰਾਤ ਮਾਡਲ ਵਿਖਾ ਕੇ ਤੇ ਸਾਰੇ ਦੇਸ਼ 'ਚ ਆਪਣਾ ਫੁੱਟਪ੍ਰਿੰਟ ਵਧਾਇਆ, ਇਹ ਹੁਣ ਬਹੁਤ ਕਾਹਲੇ ਨੇ ਕਿ ਹਿਮਾਚਲ ਦੀਆਂ ਇਲੈਕਸ਼ਨਾਂ ਆਉਣ ਵਾਲੀਆਂ, ਫਿਰ ਆਣੀ ਗੁਜਰਾਤ ਦੀ, ਫਿਰ ਆਣੀ ਹਰਿਆਣੇ ਦੀ। ਇਹ ਪੰਜਾਬ ਦੇ ਚੀਫ ਮਿਨਿਸਟਰ ਨੂੰ ਤੇ ਦਿੱਲੀ ਨੂੰ ਪੈਕੇਜਿੰਗ ਕਰਕੇ, ਦਿੱਲੀ ਦੀ ਪੈਕੇਜਿੰਗ ਕਰਕੇ ਵਿਖਾਉਣਾ ਚਾਹੁੰਦੇ। ਦਿੱਲੀ ਵਿੱਚ ਤਾਂ ਇਹਨਾਂ ਕੋਲ ਹੈ ਹੀ ਕੁਝ ਨਹੀਂ। ਏਮਸ, ਵੱਡੇ ਜਿੰਨੇ ਹਸਪਤਾਲ ਨੇ ਉੱਥੇ ਸਫਦਰਜੰਗ, ਸਾਰੇ ਯੂਨੀਅਨ ਗਵਰਨਮੈਂਟ ਥੱਲੇ, ਸਾਰੇ ਫਲਾਈਓਵਰਸ, ਸਾਰੇ ਏਅਰਪੋਰਟ, ਸਾਰੇ ਰੇਲਵੇ ਸਟੇਸ਼ਨ ਯੂਨੀਅਨ ਗਵਰਨਮੈਂਟ ਕੋਲ ਨੇ। ਪੁਲਿਸ ਸਾਰੀ ਉਹਨਾਂ ਕੋਲ ਹੈ। ਕੋਈ ਇਹਨਾਂ ਦੇ ਜਿੰਨੀਆਂ ਵੱਡੀਆਂ ਯੂਨੀਵਰਸਿਟੀਜ਼ ਨੇ, IIMs ਨੇ, IITs ਨੇ, ਦੇ ਆਰ ਆਲ ਅੰਡਰ ਗਵਰਨਮੈਂਟ ਆਫ ਇੰਡੀਆ। ਇਹਨਾਂ ਕੋਲ ਕਿਹੜੀ ਚੀਜ਼ ਇੱਥੇ? ਸਾਡੇ ਕੋਲ ਆਪਣੇ ਇੰਡੀਪੈਂਡੈਂਟ ਏਡੇ ਵੱਡੇ ਇੰਸਟੀਟਿਊਸ਼ਨ IIM ਪੰਜਾਬ 'ਚ ਨੇ, IITs ਪੰਜਾਬ 'ਚ ਨੇ, ਯੂਨੀਵਰਸਿਟੀਜ਼ ਤੁਹਾਡੇ ਕੋਲ ਨੇ। ਬਾਹਰਲੇ ਬੱਚੇ ਤੇ ਪੰਜਾਬ 'ਚ ਪੜ੍ਹਨ ਵਾਸਤੇ ਆਉਂਦੇ ਨੇ ਜੀ। ਇਹ ਮੈਨੂੰ ਦੱਸੋ ਨਾ ਕਿਹੜੀ ਚੀਜ਼ ਪੈਕੇਜਿੰਗ। ਅੱਛਾ ਚਲੋ ਅਸੀਂ ਕਹਿੰਦੇ ਹਾਂ ਬਾਕੀ ਛੱਡ ਲਓ, ਆ ਪਹਿਲੇ ਬਿਜਲੀ ਹੀ ਮੈਨੇਜ ਕਰਕੇ ਵਿਖਾ ਦਿਓ। ਇੰਨੀ ਐਕਸਪਰਟੀਜ਼ ਜੋ ਹੈ ਕੇਜਰੀਵਾਲ ਸਾਹਿਬ ਕੋਲ, ਤੁਹਾਡੇ ਕੋਲ ਬੜੀ ਵੱਡੀ ਟੀਮ ਹੈ ਨਾ, ਇਹਨਾਂ ਨੂੰ ਕਹੋ ਕਿ ਬਾਊ ਲਿਆ ਕੇ ਇੱਥੇ ਬਿਠਾਓ, ਹੁਣ ਮੈਨੇਜ ਕਰੋ ਬਿਜਲੀ ਬੋਰਡ ਨੂੰ। ਸਾਡੇ ਕਿਸਾਨਾਂ ਨੂੰ 10 ਘੰਟੇ ਨਿਰਵਿਘਨ ਬਿਜਲੀ ਦਿਓ। ਅਤੇ ਜਿਹੜੀ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਕਿ 1 ਅਪ੍ਰੈਲ ਤੋਂ ਬਾਅਦ 24 ਘੰਟੇ ਬਿਜਲੀ ਪੰਜਾਬ ਦੇ ਲੋਕਾਂ ਨੂੰ ਮੈਂ ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਤੇ ਪਿੰਡਾਂ ਵਿੱਚ ਮੁਹੱਈਆ ਕਰਾਂਗਾ, ਉਹ ਕਰਕੇ ਵਿਖਾਓ। ਵੀ ਵਿਲ, ਜੇ ਕਰ ਦੇਣਗੇ ਅਸੀਂ ਖੁਦ ਪਿੱਠ ਥਪਥਪਾਵਾਂਗੇ ਮਾਨ ਸਾਹਿਬ ਦੇ। ਕੱਲ ਵਿਜੇ ਸਿੰਗਲਾ ਜੀ ਜਦੋਂ ਕਹਿੰਦੇ ਨੇ ਕਿ ਸਾਡਾ ਟੀਚਾ 1 ਸਾਲ ਦੇ ਐਂਡ ਦੇ ਵਿੱਚ ਕਿ ਅਸੀਂ 117 ਮੁਹੱਲਾ ਕਲੀਨਿਕ ਬਣਾਵਾਂਗੇ, ਔਰ ਪੰਜਾਬ ਦੇ ਅਜਿਹੇ ਖਸਤਾ ਹਾਲ ਸੀਗੇ ਕਿ ਡਰੈਸਿੰਗ ਕਰਨ ਦੇ ਲਈ ਪੱਟੀ ਤੱਕ ਨਹੀਂ ਸੀ, ਮੈਡੀਕਲ ਦੇ, ਕਿਉਂਕਿ ਖੁਦ ਵੀ ਉਹ ਡਾਕਟਰ ਪੇਸ਼ੇ ਵਜੋਂ ਰਹੇ ਨੇ। ਉਹਨਾਂ ਨੇ ਗੱਲ ਸਪੋਕਸਮੈਨ ਦੇ ਨਾਲ ਗੱਲ ਕਰਦੇ ਹੋਏ ਸਾਫ਼ ਤੌਰ 'ਤੇ ਕਹੀ ਸੀ ਕਿ ਇਹ ਤਮਾਮ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਵਿੱਚ ਕਰਨ, ਲੇਕਿਨ ਸਾਡਾ ਟੀਚਾ ਅਸੀਂ 117 ਮੁਹੱਲਾ ਕਲੀਨਿਕ ਬਣਾਵਾਂਗੇ। ਦੂਸਰੇ ਪਾਸੇ ਜਿਹੜੇ ਪੰਚਾਇਤ ਮੰਤਰੀ ਉਹ ਕੱਲ ਰੇਡ ਕਰਦੇ ਨੇ, ਹਾਲਾਂਕਿ ਤੁਹਾਡੇ ਹੀ ਬਹੁਤ ਸਾਰੇ ਮਿਨਿਸਟਰਸ ਜੋ ਕਾਂਗਰਸ ਉਹਨਾਂ ਨੇ ਇਸ ਨੂੰ ਲੈ ਕੇ ਸ਼ਲਾਘਾ ਜ਼ਰੂਰ ਕੀਤੀ ਹੈ। ਮੈਂ ਵੀ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਕਦਮ ਦੀ ਸ਼ਲਾਘਾ ਕਰਨਾ। ਮੈਂ ਜੋ ਸਾਡੇ ਮਿੱਤਰ ਸਿੰਗਲਾ ਸਾਹਿਬ ਕਹਿ ਰਹੇ ਨੇ, ਮਹੱਲਾ ਕਲੀਨਿਕ ਸਿੰਗਲਾ ਸਾਹਿਬ ਤੁਹਾਨੂੰ ਖੋਲ੍ਹਣ ਦੀ ਲੋੜ ਹੈ। ਤੁਹਾਡੇ ਕੋਲ ਐਗਜ਼ਿਸਟਿੰਗ ਹੌਸਪੀਟਲਸ ਹੈ ਨੇ, ਸਾਡੇ ਕੋਲ ਹਰ ਜਗ੍ਹਾ ਐਗਜ਼ਿਸਟਿੰਗ ਹੌਸਪੀਟਲਸ ਨੇ, ਕੁਝ ਡਿਸਟ੍ਰਿਕਟ 'ਤੇ ਨੇ, ਕੁਝ ਬਲਾਕ ਲੈਵਲਸ ਦੇ ਨੇ, ਕੁਝ CSCs ਨੇ। ਉੱਥੇ ਤੁਸੀਂ ਮਹੱਲਾ ਕਲੀਨਿਕ ਨਵੇਂ ਖੋਲ੍ਹਣ ਦੀ ਕੀ ਲੋੜ ਹੈ? ਤੁਸੀਂ ਪਹਿਲੇ ਡਾਕਟਰਾਂ ਦੀ ਭਰਤੀ ਕਰੋ, ਨਰਸਿਸ ਦੀ ਭਰਤੀ ਕਰੋ, ਸਾਰਿਆਂ ਨੂੰ ਪਹਿਲਾਂ ਕਰੋ ਨਾ ਜੀ, ਕਰਕੇ ਵਿਖਾਓ। ਫਿਰ ਦਵਾਈਆਂ ਪਹੁੰਚਾਉਣੀਆਂ ਉੱਥੇ ਸਾਰੀਆਂ ਜੀ। ਤੁਸੀਂ ਮੈਨੂੰ ਦੱਸੋ ਦਵਾਈ ਪਹੁੰਚਾਉਣ ਵਾਸਤੇ ਕਿਹੜੀ ਇਹੋ ਜਿਹੀ ਰੌਕਟ ਸਾਇੰਸ ਹੈ ਜਿਹੜੀ ਦਿੱਲੀ 'ਚੋਂ ਆਉਣੀ ਹੈ ਜੀ? ਦਵਾਈਆਂ ਮੁਹੱਈਆ ਕਰਾਓ, ਪੈਸੇ ਖਰਚਣੇ ਪੈਣੇ ਨੇ। ਡਾਕਟਰ ਭਰਤੀ ਕਰੋ, ਤੁਸੀਂ ਨਰਸਿਸ ਭਰਤੀ ਕਰੋ, ਤੁਸੀਂ ਕਿਤੇ ਮਸ਼ੀਨਸ ਹੈ ਨੇ ਉੱਥੇ ਕੋਈ ਉਹਨਾਂ ਨੂੰ ਰਨ ਕਰਨ ਵਾਲਾ ਕੋਈ ਬੰਦਾ ਨਹੀਂ। ਬੁਰਾ ਹਾਲ ਹੋਇਆ। ਵੀ ਵਰ ਰਾਦਰ ਵੈਲਕਮ ਦੈਮ। ਅਸੀਂ ਕ੍ਰਿਟਿਸਾਈਜ਼ ਕਰਨ ਵਾਸਤੇ ਨਹੀਂ ਬਣੇ। ਜੇ ਕੁਲਦੀਪ ਸਿੰਘ ਧਾਲੀਵਾਲ ਨੇ ਚੰਗਾ ਕੰਮ ਕੀਤਾ ਅਸੀਂ ਕਹਿੰਦੇ ਹਾਂ, ਬਟ ਮੈਂ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ, ਜਿਹੜੀਆਂ ਅੱਗਾਂ ਲੱਗ ਰਹੀਆਂ, ਜਿਹੜੀ ਬਿਜਲੀ ਦੀ ਹਾਹਾਕਾਰ ਮਚੀ ਹੈ, ਇਹਨਾਂ ਕੋਲ ਗਵਰਨਮੈਂਟ ਮਿਸਮੈਨੇਜ ਹੋ ਰਹੀ, ਉਹਦੇ ਵਾਸਤੇ ਇਹ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਨ ਵੱਲੋਂ। ਜਿਸ ਤਰ੍ਹਾਂ ਮੋਦੀ ਸਾਹਿਬ, ਅਕਸਰ ਤੁਸੀਂ ਵੇਖਦੇ ਹੋ ਜਦੋਂ ਵੱਡਾ ਕ੍ਰਾਈਸਿਸ ਮੋਦੀ ਸਾਹਮਣੇ ਆਏਗਾ, ਉਦੋਂ ਹੀ ਕੁਝ ਪੋਲੀਟੀਸ਼ੀਅਨਾਂ ਦੇ ਘਰਾਂ ਨੂੰ ਰੇਡ ਕਰਨਾ ਸ਼ੁਰੂ ਕਰ ਦੇਣਗੇ। ਸਾਰਾ ਧਿਆਨ ਟੈਲੀਵਿਜ਼ਨ ਦਾ ਬਜਾਏ ਉਸ ਗੱਲ ਦੇ ਜਿੱਦਾਂ ਤੇਲ ਵੱਧਦਾ ਕਿਸੇ ਪੋਲੀਟੀਸ਼ੀਅਨ ਦੇ ਘਰ ਰੇਡ ਹੋ ਗਿਆ ਹੁੰਦਾ, ਉਹ ਧਿਆਨ ਪੋਲੀਟੀਸ਼ੀਅਨ ਦੇ ਘਰ ਨੂੰ ਰੇਡ ਕਰਾ ਦਿੰਦੇ ਨੇ। ਡੀਜ਼ਲ ਤੇ ਪੈਟਰੋਲ ਦੀਆਂ ਹੁਣ ਵੀ ਇਹ ਹੈ ਕਿ ਬਿਜਲੀ ਬੋਰਡ ਦੀ ਜਿਹੜੀ ਹਾਹਾਕਾਰ ਮਚੀ ਹੈ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਲੋਕ ਸੜਕਾਂ 'ਤੇ ਆ ਗਏ ਨੇ, ਉਹਨੂੰ ਧਿਆਨ ਉਹਨਾਂ ਦਾ ਦੂਜੇ ਪਾਸੇ ਖਿੱਚਣ ਵਾਸਤੇ ਆਹ ਕੰਮ ਆਰੰਭਤਾ ਜੀ ਕਿ ਜੀ ਪੰਚਾਇਤ ਦੀਆਂ ਪੈਲੀਆਂ ਖਾਲੀ ਕਰਾਵਾਂਗੇ, ਉਹ ਕਰੋ। ਮੋਸਟ ਵੈਲਕਮ, ਜ਼ਰੂਰ ਕਰੋ। ਤਾਂ ਤੁਹਾਡਾ ਵੈਸੇ ਹੀ ਬੁਨਿਆਦੀ ਹੱਕ ਬਣਦਾ। ਜੇ ਕਿਤੇ ਕਤਲ ਹੋ ਗਿਆ ਤੁਸੀਂ ਕਹਿੰਦੇ ਹੋ ਅਸੀਂ ਕਾਤਲ ਫੜਾਂਗੇ, ਤਾਂ ਫੜਨੇ ਹੀ ਨੇ ਤੁਸੀਂ। ਜੇ ਕਿਸੇ ਨੇ ਜੁਰਮ ਕੀਤਾ ਤਾਂ ਕਰੋ। ਸੋ ਸਾਡਾ ਕਹਿਣ ਦਾ ਮਤਲਬ ਹੈ ਇਹ ਜਿਹੜੀ ਲੋਕਾਂ ਦਾ ਧਿਆਨ ਖੱਬੇ ਜਾਂ ਸੱਜੇ ਕਰਨ ਦੀ ਜਿਹੜੀ ਮੋਦੀ ਸਾਹਿਬ ਕੋਲ ਜਾਚ ਸਿੱਖੀ ਨਾ ਇਹਨਾਂ ਨੇ, ਇਹ ਹੁਣ ਦਿੱਲੀ ਮਾਡਲ ਇਜ਼ ਬੇਸਿਕਲੀ ਔਨ ਦੀ ਸੇਮ ਮਾਡਲ ਆਫ ਗੁਜਰਾਤ। ਇਹ ਦੋ ਹੁਣ ਮਾਡਲ ਆ ਗਏ ਨੇ ਸਾਹਮਣੇ। ਪੈਕੇਜਿੰਗ ਹੋ ਰਹੀ ਹੈ, ਵਿੱਚੋਂ ਕੁਝ ਨਹੀਂ ਨਿਕਲਣਾ। ਤੁਸੀਂ ਕਈ ਵਾਰ ਵੇਖਦੇ ਹੋ ਬਹੁਤ ਖੂਬਸੂਰਤ ਪੈਕੇਜ ਕਰਕੇ 5-6 ਲੇਅਰਸ ਹੁੰਦੀਆਂ ਪੈਕੇਜ, ਜੋ ਵਿੱਚੋਂ ਕੱਢ ਦਿਓ ਇੱਕ ਛੋਟੀ ਜੀ ਵਿਚਾਰਾ ਗੁੱਡਾ ਜਿਹਾ ਨਿਕਲ ਆਉਂਦਾ, ਕੱਢਣ ਪਾਉਣ ਨੂੰ ਕੁਝ ਵੀ ਨਹੀਂ। ਬਾਹਰੋਂ ਡੱਬੇ ਤੋਂ ਇੰਨਾ ਵੱਡਾ ਲੱਗਦਾ ਕਿ ਪਤਾ ਨਹੀਂ ਅੰਦਰੋਂ ਕੀ ਚੀਜ਼ ਨਿਕਲਣੀ ਹੈ, ਵਿੱਚੋਂ ਕੁਝ ਵੀ ਨਹੀਂ, ਛਣਕਣਾ ਜਾ ਨਿਕਲ। ਇਸ ਚੀਜ਼ ਨੂੰ ਲੈ ਕੇ ਦਿਖਾਉਂਦਾ ਰਹੇਗਾ ਪੰਜਾਬ ਦੇ ਲੋਕਾਂ ਨੂੰ। 100% ਕਰਾਂਗੇ ਜੀ। ਵੇਖੋ ਅਸੀਂ ਸਿੱਧੇ ਤੌਰ ਮੈਡਮ ਤੁਹਾਨੂੰ ਇਹ ਗੱਲ ਕਹੀ, ਵੀ ਆਰ ਵੈਲ ਵਿਸ਼ਰਸ ਆਫ ਪੰਜਾਬ। ਜਿੱਥੇ ਕਿਤੇ ਮਾਨ ਸਾਹਿਬ ਜਾਂ ਮਾਨ ਸਾਹਿਬ ਦੇ ਸਾਥੀ ਚੰਗਾ ਕੰਮ ਕਰਨਗੇ ਅਸੀਂ 100% ਸਪੋਰਟ ਕਰਾਂਗੇ, ਪਰ ਜਿੱਥੇ ਕਿਤੇ ਨਿਰੀ ਪੈਕੇਜਿੰਗ ਕਰਨਗੇ, ਵੇਖੋ ਇਹ ਸਾਨੂੰ ਅਫਸੋਸ ਹੈ ਕਿ ਮਾਨ ਸਾਹਿਬ ਪੰਜਾਬ ਦਾ ਪੈਸਾ ਤੁਹਾਡੀਆਂ ਅਖਬਾਰਾਂ ਗੁਜਰਾਤ ਦੀਆਂ, ਡਾਊਨ ਸਾਊਥ ਦੀਆਂ ਕਰੋੜਾਂ ਰੁਪਏ, ਇੱਕ ਫੁੱਲ ਪੇਜ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ, ਇੱਕ ਪੂਰਾ ਪੇਜ ਕਿਸੇ ਵੱਡੀ ਅਖਬਾਰ ਦਾ 50 ਲੱਖ ਰੁਪਏ ਦਾ।
ਤੁਸੀਂ 300 ਯੂਨਿਟ ਬਿਜਲੀ ਅਜੇ ਜੁਲਾਈ 'ਚ, ਪਹਿਲੀ ਗੱਲ ਤਾਂ ਜੋ ਹਿਸਾਬ ਤੁਹਾਡਾ ਬਣਿਆ ਬਿਜਲੀ ਦੀ ਹੈ ਹੀ ਕਿਤੇ ਨਹੀਂ, ਗੁੱਲ ਹੋਈ ਬਿਜਲੀ। ਉਹ ਤੁਸੀਂ ਗੁਜਰਾਤ ਤੱਕ, ਹਿਮਾਚਲ ਤੱਕ ਕਿ ਬਿਜਲੀ 300 ਯੂਨਿਟ ਫ੍ਰੀ ਕਰ ਦੀ ਹਮਨੇ ਬੁੱਕ। ਬੇਸਿਕਲੀ ਇਟਸ ਕੰਪਲੀਟ PR ਜੌਬ ਐਟ ਦੀ ਕਾਸਟ ਆਫ ਪੰਜਾਬ ਐਕਸਚੇਕਰ। ਵੇਖੋ ਲੋਕਾਂ ਕੋ ਤੇ ਇੱਥੇ ਤੁਸੀਂ ਹਾਹਾਕਾਰ ਮਚੀ, ਕੋਲਾ ਖਰੀਦਣ ਜੋਗੇ, ਬਿਜਲੀ ਖਰੀਦਣ ਜੋਗੇ ਆਪਣੇ ਕੋਲ ਪੈਸੇ ਨਹੀਂ। ਤੁਸੀਂ ਉਹ ਪੈਸਾ ਇੱਕ ਇੱਕ ਪੈਨੀ ਜਿਹੜੀ ਹੈ ਬਜਾਏ ਕਿ ਗਰੀਬ ਲੋਕਾਂ ਦੇ ਕੰਮ ਆ ਸਕੇ, ਤੁਸੀਂ ਉਹ ਅਰਵਿੰਦ ਕੇਜਰੀਵਾਲ ਸਾਹਿਬ ਦਾ ਫੁੱਟਪ੍ਰਿੰਟ ਵਧਾਉਣ ਵਾਸਤੇ ਕਰ ਰਹੇ ਹੋ। ਤਾਂ ਸਾਡੇ ਸਾਰਿਆਂ ਨੂੰ ਇਹ ਤਕਲੀਫ, ਇਹ ਚੀਜ਼ ਨਹੀਂ ਅਸੀਂ ਹੋਣ ਦੇਣੀ। ਵੇਖੋ ਇਹ ਐਜ਼ ਅ ਰਿਸਪੋਂਸਿਬਲ ਓਪੋਜੀਸ਼ਨ ਪੰਜਾਬ ਦਾ ਪੈਸਾ ਕੇਜਰੀਵਾਲ ਸਾਹਿਬ ਹਿਮਾਚਲ 'ਚ ਖਰਚਾਉਣ ਜਾਂ ਗੁਜਰਾਤ 'ਚ ਖਰਚਾਉਣ ਜਾਂ ਹਰਿਆਣੇ 'ਚ ਖਰਚਾਉਣ ਜਾਂ ਸਿਕਿਉਰਿਟੀ ਜਿਹੜੀ ਹੈ। ਵੇਖੋ ਲੋਕਾਂ ਦੀ ਤੁਸੀਂ ਸਿਕਿਉਰਿਟੀ ਵਿਡਰਾਅ ਕਰ ਲਿਓ, ਕੋਈ ਗੱਲ ਨਹੀਂ, ਕਰੋ, ਜ਼ਰੂਰ ਕਰੋ। ਬਟ ਤੁਸੀਂ ਇਹ ਤਾਂ ਦੱਸੋ ਕਿ ਜਿਹੜੇ 80 ਕਮਾਂਡੋਜ਼ ਇਕੱਲੇ ਨੇ, ਮੈਂ ਕਈ ਵਾਰ ਸਵਾਲ ਵਿੱਚ ਆਇਆ 80 ਤੋਂ ਵੱਧ ਕਮਾਂਡੋਜ਼ ਜਿਹੜੇ ਪੰਜਾਬ ਪੁਲਿਸ ਦੇ, without giving orders they are placed at the disposal of the chief minister of Delhi। ਪੁਲਿਸ ਉੱਥੇ ਦਿੱਤੀ ਉਹਨਾਂ ਨੂੰ ਜੀ, ਪੈਰਾਫਰਨੀਲੀਆ ਦਿੱਤਾ। ਵੇਖੋ ਆਮ ਬੰਦਿਆਂ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕ ਹਾਂ। ਕਿਸੇ ਟਾਈਮ ਕੇਜਰੀਵਾਲ ਸਾਹਿਬ ਇੱਕ ਛੋਟੀ ਜਿਹੀ ਉਹ ਮਰੂਤੀ ਵੈਗਨਾਰ 'ਚ ਜਾਂਦੇ ਹੁੰਦੇ ਹੈ ਚੀਫ ਮਿਨਿਸਟਰ ਜੋ ਨਵੇਂ ਬਣੇ। ਹੁਣ ਜਦੋਂ ਵੀ ਇੱਥੇ ਆਏ ਭਗਵੰਤ ਸਿੰਘ ਮਾਨ ਜੀ ਕ੍ਰਿਟਿਸਾਈਜ਼ ਕਰਦੇ ਕੈਪਟਨ ਅਮਰਿੰਦਰ ਸਿੰਘ ਦੇ ਤੌਰ ਤਰੀਕੇ ਨਾਲ, ਵੇਖੋ ਜੀ ਵੱਡੀਆਂ ਲੈਂਡ ਕਰੂਜ਼ਰ ਗੱਡੀਆਂ ਲੈ ਲਈਆਂ, ਅਤੇ ਜਿੱਦਣ ਦੇ ਬਣੇ ਨੇ ਮਾਰ ਕੇ ਛਾਲ ਉਸੇ ਲੈਂਡ ਕਰੂਜ਼ਰ ਚੜ੍ਹ ਗਏ ਨੇ। ਉਹਨਾਂ ਵੱਡਾ ਕੈਵਲਕੈਡ ਗੱਡੀਆਂ ਤਾਂ 18-20 ਗੱਡੀਆਂ ਚੀਫ ਮਿਨਿਸਟਰ ਅਮਰਿੰਦਰ ਸਿੰਘ ਨਾਲ ਜਾਂਦੀਆਂ। ਹਾਂਜੀ ਚਲੋ ਪ੍ਰੋਟੋਕੋਲ ਤੇ ਚੀਫ ਮਿਨਿਸਟਰ ਆਪ ਬਣਾਉਂਦਾ ਜੀ। ਜਦੋਂ ਅਮਰਿੰਦਰ ਸਿੰਘ ਨਾਲ ਚੱਲਦੀਆਂ ਸੀ ਉਦੋਂ ਪ੍ਰੋਟੋਕੋਲ ਨਹੀਂ ਸੀ ਜੀ। ਉਦੋਂ ਤੁਸੀਂ ਕਹਿੰਦੇ ਮਹਾਰਾਜਾ ਟਰੈਵਲ ਕਰ ਰਿਹਾ ਜੀ, ਮਹਾਰਾਜ ਉਹ ਪਟਿਆਲਾ ਟਰੈਵਲ ਕਰ ਰਿਹਾ, 20-25 ਗੱਡੀਆਂ ਚੱਲ ਰਹੀਆਂ। ਇਹ ਹੁਣ ਸੰਗਰੂਰ ਦੇ ਮਹਾਰਾਜੇ ਦੀ ਫੀਲਿੰਗ ਲੈ ਰਹੇ ਨੇ। ਉਨੀਆਂ ਹੀ ਗੱਡੀਆਂ ਹੁਣ ਇਹਨਾਂ ਕੋਲ, ਉਹੀ ਗੱਡੀ ਇਹਨਾਂ ਕੋਲ, ਉਹੀ ਹੈਲੀਕਾਪਟਰ ਜਿਹਨੂੰ ਕਹਿੰਦੇ ਸੀ ਟਾਂਗੇ ਵਰਗਾ ਵਰਤਾ। ਮੇਰਾ ਖਿਆਲ ਕੈਪਟਨ ਅਮਰਿੰਦਰ ਸਿੰਘ ਨੇ ਸਾਲ 'ਚ ਓਨਾ ਇਹ ਹੈਲੀਕਾਪਟਰ ਨਹੀਂ ਵਰਤਿਆ ਹੋਣਾ ਜਿੰਨਾ ਇਹਨਾਂ ਮਹੀਨੇ 'ਚ ਵਰਤ ਲਿਆ ਜੀ। ਇਹ ਤਾਂ ਸਾਹ ਵੀ ਨਹੀਂ ਲੈਣ ਦਿੰਦੇ ਹੈਲੀਕਾਪਟਰ ਨੂੰ ਜੀ। ਪੰਜਾਬ ਦਾ ਹੈਲੀਕਾਪਟਰ ਪੰਜਾਬ ਦਾ ਕੰਮ ਘੱਟ ਕਰਦਾ, ਆਪ ਦਾ ਕੰਮ ਕਦੀ ਗੁਜਰਾਤ ਕਰ ਰਿਹਾ, ਕਦੀ ਹਿਮਾਚਲ ਕਰ ਰਿਹਾ, ਕਦੀ ਕਿਤੇ ਕਰ ਰਿਹਾ ਜੀ। ਸੋ ਕਹਿਣ ਦਾ ਮਤਲਬ ਇਹ ਹੈ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕਰਨ, ਵੀ ਵਿਲ ਸਪੋਰਟ ਦਮ। ਸਾਨੂੰ ਪਤਾ ਹੈ 5 ਸਾਲ ਗਵਰਨਮੈਂਟ ਰਹਿਣੀ ਨਾ, ਅਸੀਂ ਗਾਲੇ, ਅਸੀਂ 5 ਸਾਲ ਗਵਰਨਮੈਂਟ ਚਲਾਈ ਹੈ। ਰਵਾਇਤੀ ਸਾਰੇ ਤੁਸੀਂ ਵੇਖਦੇ ਹੋ ਹਰ 5ਵੇਂ ਸਾਲ ਗਵਰਨਮੈਂਟ ਇੱਥੇ ਬਦਲਦੀ ਸੀ। ਸੋ ਸਾਨੂੰ ਕੋਈ ਕਾਰਡ ਨਹੀਂ ਹੈ ਕਿਸੇ ਕਿਸਮ ਦੀ। ਬਟ ਅਸੀਂ ਰਿਸਪੋਂਸਿਬਲ ਓਪੋਜੀਸ਼ਨ ਜੇ ਇਹ ਸੋਚਣ ਕਿ ਇਹ ਅੱਖਾਂ ਹੀ ਮੀਟਦੀ ਹੈ, ਇੱਕ ਪੰਜਾਬ ਵਰਗਾ ਸੂਬਾ ਜਿਹੜਾ ਹੈ ਆਪਣੇ ਇਨਹੈਰੈਂਟ ਰਾਈਟਸ ਜਿਹੜੇ ਨੇ ਉਹ ਗੋਡੇ, ਇਸ ਗਵਰਨਮੈਂਟ ਨੂੰ ਅਸੀਂ ਠੇਕੇ 'ਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਚਲਾਉਣ ਵਾਸਤੇ ਨਹੀਂ ਦੇਣਾ। ਉਹ ਨਹੀਂ ਅਸੀਂ ਕੋਈ ਪੰਜਾਬੀ ਮਨਜ਼ੂਰ ਕਰ ਸਕਦਾ। ਜੇ ਸੋਚੋ ਕਿ ਸਰਕਾਰ ਉਹ ਚਲਾਉਣਗੇ ਤਾਂ ਤੁਸੀਂ ਨੇਰੇ ਬਸ ਇੱਕ ਚੁੱਪ ਹੋ ਕੇ ਬੈਠੇ। ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਕਿ ਮਾਨ ਸਾਹਿਬ ਤੁਹਾਨੂੰ ਚੀਫ ਮਿਨਿਸਟਰ ਬਣਾਉਣਾ ਹੀ ਬਣਾਤਾ, ਹੁਣ ਮਸਤ ਹੋਏ ਬੈਠੇ ਰਹੋ, ਸਰਕਾਰ ਅਸੀਂ ਚਲਾਵਾਂਗੇ। ਵੱਡੀ ਗੱਲ ਇਹ ਹੈ ਪੰਜਾਬ ਦੇ ਰਿਸੋਰਸਿਸ, ਪੰਜਾਬ ਦੀ ਸਿਕਿਉਰਿਟੀ, ਪੰਜਾਬ ਦੀ ਅਫਸਰਸ਼ਾਹੀ, ਇਹ ਆਪ ਦੇ ਫੁੱਟਪ੍ਰਿੰਟ ਵਧਾਉਣ ਵਾਸਤੇ ਸਾਰੇ ਦੇਸ਼ ਦੇ ਵਿੱਚ ਇਸਤੇਮਾਲ ਕੀਤੀ ਜਾਏਗੀ। ਪੰਜਾਬ ਦਾ ਪੈਸਾ ਇਸਤੇਮਾਲ ਕੀਤਾ ਜਾਏਗਾ। ਇਹ ਮੈਂ ਜਿਹੜਾ ਗੱਲ ਕਹਿ ਰਿਹਾ ਬੜੀ ਸੋਚ ਸਮਝ ਕੇ ਕਹਿ ਰਿਹਾ, ਵਿਦ ਐਕਸਪੀਰੀਅੰਸ ਕਹਿ ਰਿਹਾ। ਇਹ ਜਿਹੜੀ ਇੱਥੇ ਬੇਸਿਕਲੀ ਕੀ ਹੈ ਕਿ ਦੇ ਵਿਲ ਟਰਾਈ ਟੂ ਫਾਈਂਡ ਆਊਟ ਕਿ ਇੱਥੋਂ ਕਿੱਥੋਂ ਅਸੀਂ ਰਿਸੋਰਸਿਸ ਕੱਢ ਸਕਦੇ ਹਾਂ ਪੰਜਾਬ ਦੇ। ਉਸ ਰਿਸੋਰਸਿਸ ਨੂੰ ਬਾਹਰ ਇਸਤੇਮਾਲ ਕਰਨਗੇ। ਲੋਕਾਂ ਨੂੰ ਸਿੱਧੇ ਤੌਰ ਇਹਨਾਂ ਨੇ ਇੱਕ ਇਸ਼ਾਰਾ ਦੇ ਦਿੱਤਾ ਹੈ ਕਿ ਜੇ ਡੀਲ ਕਰਨਾ ਇੰਡਸਟਰੀਲਿਸਟ ਨੂੰ, ਬਿਜ਼ਨਸਮੈਨ ਨੂੰ, ਤੁਸੀਂ ਸਭ ਭਗਵੰਤ ਸਿੰਘ ਮਾਨ ਨਾਲ ਡੀਲ ਨਹੀਂ ਕਰਨਾ, ਤੁਸੀਂ ਦਿੱਲੀ ਆ ਕੇ ਡੀਲ ਕਰੋ। ਤੁਸੀਂ ਉਹਦਾ ਇਸ਼ਾਰਾ ਸਮਝ ਹੀ ਰਹੇ ਹੋ ਕਿ ਉਹਦਾ ਮਤਲਬ ਕੀ ਸਾਰੀ ਗੱਲ ਦਾ। ਸਰ ਇਹ ਤਾਂ ਗੱਲ ਹੋਈ ਆਮ ਆਦਮੀ ਪਾਰਟੀ ਦੀ। ਅਗਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਜੀ ਨੇ ਗੁੱਡ ਬਾਏ, ਸਰ ਆਖਰੀ ਸਵਾਲ ਹੀ ਹੈ, ਗੁੱਡ ਬਾਏ ਕਿਹਾ, ਔਰ ਤੁਹਾਡਾ ਜਿਸ ਤਰੀਕੇ ਦੇ ਨਾਲ ਧਰਨਾ ਹੁੰਦਾ ਰੋਪੜ ਦੇ ਵਿੱਚ, ਨਵਜੋਤ ਸਿੰਘ ਸਿੱਧੂ ਆਂਦੇ ਨੇ ਸ਼ਮੂਲੀਅਤ ਕਰੇ ਬਿਨਾਂ ਸਿਰਫ ਮੀਡੀਆ ਨਾਲ ਮੁਖਾਤਿਬ ਹੋ ਕੇ ਨਿਕਲ ਜਾਂਦੇ ਨੇ। ਨਹੀਂ ਲੱਗਦਾ ਕਿ ਕਾਂਗਰਸ ਦੀ ਆਪਸੀ ਜਿਹੜੀ ਚੀਜ਼ਾਂ ਉਹ ਨਹੀਂ ਠੀਕ ਚੱਲ ਰਹੀਆਂ ਹਲੇ ਵੀ? ਬੇਸ਼ੱਕ ਦਿਖਾਇਆ ਜਾ ਰਿਹਾ ਹੈ ਲੇਕਿਨ ਆਪਣੇ ਸਿਰੇ ਸਭ ਚੀਜ਼ਾਂ ਚੱਲ ਰਹੀਆਂ। ਦੇਖੋ ਬੇਟਾ ਬੈਸਟ ਮੇਨ ਕਾਂਗਰਸ ਕੌਣ ਹੈ? ਜਿਹੜੀ ਪਾਰਟੀ ਨੇ, ਲੀਡਰਸ਼ਿਪ ਨੇ ਪ੍ਰਦੇਸ਼ ਦਾ ਪ੍ਰਧਾਨ ਬਣਾਇਆ ਜਾਂ CLP ਦਾ ਲੀਡਰ ਬਣਾਇਆ ਜਾਂ ਉਹਨਾਂ ਨੂੰ ਇੱਕ ਟੀਮ ਦਿੱਤੀ, ਦੇ ਆਰ ਦੀ ਪਰਸਨਸ ਹੂ ਆਰ ਡਰਾਈਵਿੰਗ ਦੀ ਬੱਸ ਨਾ ਆਫ ਦੀ ਕਾਂਗਰਸ। ਜੇ ਉਸ ਬੱਸ ਦੇ ਨਾਲ ਕੋਈ ਸਾਡਾ ਵੀਰ ਜਾਂ ਭਰਾ ਜਾਂ ਸਾਡੀ ਭੈਣ ਉਸ ਬੱਸ 'ਚ ਨਹੀਂ ਚੜ੍ਹਦੀ, ਉਹ ਆਪਣੀ ਗੱਡੀ ਪਿੱਛੇ ਲਾਈ ਰੱਖਦੀ ਹੈ, ਵੈਲਕਮ ਨੇ। ਅਸਲ ਮੱਤਾ ਜਿਹੜੀ ਹੈ ਲੋਕਾਂ ਨੇ ਉਸ ਬੱਸ ਦੀ ਸਵਾਰੀਆਂ ਨੂੰ ਦੇਣੀ, ਉਸ ਬੱਸ ਦੇ ਡਰਾਈਵਰ ਨੂੰ ਦੇਣੀ ਹੈ, ਉਹਦੇ ਕੋ ਡਰਾਈਵਰ ਨੂੰ ਦੇਣੀ ਹੈ।
ਤੋ ਇਸ ਦੀ ਇਹ ਲੋਕਾਂ ਦੀ ਮਰਜ਼ੀ ਹੈ। ਵੇਖੋ ਵੱਡੇ ਇੰਪੋਰਟੈਂਟ ਲੀਡਰਸ ਨੂੰ ਮੈਂ ਤਾਂ ਬੇਨਤੀ ਕਰ ਸਕਦਾ ਕਿ ਵੇਖੋ ਅਸੀਂ ਬਾਹਰ ਆ, ਲੋਕ ਚਾਹੁੰਦੇ ਨੇ ਪੰਜਾਬ ਦੇ ਕਿ ਇੱਕ ਰਿਸਪੌਂਸਿਬਲ ਓਪੋਜੀਸ਼ਨ ਇਕੱਠੇ ਹੋ ਕੇ ਹੀ ਆਪਾਂ ਕਰ ਸਕਦੇ ਹਾਂ ਕੰਮ। ਲੈਟ ਅਸ ਆਲ ਵਰਕ ਟੂਗੇਦਰ। ਮੇਰੀ ਤੇ ਗੁਜ਼ਾਰਿਸ਼ ਹੈ ਅੱਗੇ ਉਹਨਾਂ ਦੀ ਅੱਗੇ ਉਹ ਜਾਣ। ਜਾਖੜ ਜੀ ਕਹਿੰਦੇ ਨੇ ਕਿ ਮੈਂ ਉਦੋਂ ਸ਼ੁਰੂਆਤ ਕੀਤੀ ਸੀ ਜਦੋਂ ਮੈਂ ਬਹੁਤ ਛੋਟਾ ਹੁੰਦਾ ਸੀ ਮਹਿਜ਼, ਲੇਕਿਨ ਮੈਂ ਕਾਂਗਰਸ ਦੇ ਲਈ ਬਿਨਾਂ ਉਸ ਤੋਂ ਕੰਮ ਕੀਤਾ, ਲਗਾਤਾਰ ਲੰਬੇ ਸਮੇਂ ਤੱਕ ਕੰਮ ਕੀਤਾ। ਮੈਨੂੰ ਵੇਖੋ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਨਹੀਂ ਹੈ, ਜੋ ਕਹਿੰਦੇ ਹੋਣਗੇ ਉਹ ਠੀਕ ਹੀ ਕਹਿੰਦੇ ਹੋਣਗੇ, ਬਟ ਮੈਂ ਉਹਨਾਂ ਦੀ ਇੰਟਰਵਿਊ ਸੁਣੀ ਨਹੀਂ। ਮੈਂ ਉਹਨਾਂ ਦੀ ਇੰਟਰਵਿਊ ਸੁਣੀ ਹੁੰਦੀ ਤਾਂ ਮੈਂ ਜ਼ਰੂਰ ਟਿੱਪਣੀ ਕਰਦਾ ਜੀ। ਲੇਕਿਨ ਨਵਜੋਤ ਸਿੰਘ ਸਿੱਧੂ ਦੇ ਤੁਸੀਂ ਉਹ ਕਿਵੇਂ ਦੇਖਦੇ ਹੋ, ਇਹਨਾਂ ਨੂੰ ਕਿਸ ਤਰੀਕੇ ਨਾਲ ਵੇਖ ਰਹੇ ਹੋ? ਕਿਉਂਕਿ ਸਰ ਤੁਹਾਡਾ ਵੀ ਲੰਬਾ ਤਜਰਬਾ ਹੈ ਪਾਰਟੀ ਦੇ ਵਿੱਚ, ਇੱਕ ਲੰਬੇ ਸਮੇਂ ਸਭ ਤੋਂ ਸੀਨੀਅਰ ਤੁਸੀਂ ਨੇਤਾ ਹੋ ਕਾਂਗਰਸ ਦੇ ਵਿੱਚ ਇਕਜੁੱਟਤਾ ਨੂੰ ਲੈ ਕੇ, ਕਿਉਂਕਿ ਇਹ ਚੀਜ਼ਾਂ ਸਭ ਜਗ੍ਹਾ ਦੇਖਣ ਨੂੰ ਮਿਲ ਰਹੀ, ਭਾਵੇਂ ਹਰਿਆਣੇ ਦੀ ਗੱਲ ਕੀਤੀ ਜਾਵੇ, ਤਮਾਮ ਸਟੇਟਸ ਦੀ ਗੱਲ ਕੀਤੀ ਜਾਵੇ, ਲੇਕਿਨ ਇਹ ਚੀਜ਼ਾਂ ਨਹੀਂ। ਲੇਕਿਨ ਕਾਂਗਰਸ ਨੂੰ ਇਕੱਠਾ ਕਰਨ ਦੇ ਲਈ, ਇੱਕ ਹੋਣ ਦੇ ਲਈ ਜ਼ਰੂਰੀ ਹੈ, ਅਗਰ ਮੁੜ ਤੋਂ ਰਿਵਾਈਵ ਕਰਨਾ ਹੈ ਤਾਂ ਉਸ ਦੇ ਲਈ ਜ਼ਰੂਰੀ ਹੈ ਕਿ ਇਕੱਠਾ ਹੋਣਾ। ਲੇਕਿਨ ਚੀਜ਼ਾਂ ਹਾਲੇ ਵੀ ਅਲੱਗ-ਅਲੱਗ ਚੱਲ ਰਹੀਆਂ ਨੇ, ਕਿਉਂਕਿ ਇਹ ਬਹੁਤ ਵੱਡੀ ਗੱਲ ਹੈ ਕਿ ਰੋਪੜ ਦੇ ਵਿੱਚ ਆਉਣਾ, ਇੱਥੇ ਪੂਰੀ ਸੀਨੀਅਰ ਲੀਡਰਸ਼ਿਪ ਇੱਕ ਥਾਂ ਦੇ ਉੱਪਰ ਖੜੀ ਹੈ, ਲੇਕਿਨ ਖੁਦ ਉੱਥੇ ਨਾ ਐਂਟਰ ਹੋ ਕੇ ਉੱਥੋਂ ਮੁੜ ਕੇ ਨਿਕਲ ਜਾਣਾ। ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਜੀ। ਹਾਂਜੀ, ਮੈਂ ਜਿਹੜਾ ਮੇਰਾ ਰੋਲ ਹੈ ਲੀਡਰ ਆਫ ਆਪੋਜੀਸ਼ਨ, ਉਹ ਹੈ ਪ੍ਰੈਜ਼ੈਂਟ ਗਵਰਨਮੈਂਟ ਦੇ ਨਾਲ ਦੋ ਹੱਥ ਕਰਨੇ, ਜਿੱਥੇ ਸਹੀ ਨੇ ਥਾਪੀ ਦੇਣੀ, ਜਿੱਥੇ ਉਲਟ ਨੇ ਉਹਨਾਂ ਸਾਹਮਣੇ। ਇਹ ਜਿਹੜੇ ਤੁਸੀਂ ਸਵਾਲ ਕੀਤੇ ਨੇ ਬੇਸਿਕਲੀ, ਇਹ ਮੈਂ ਉਹਦੇ ਜਵਾਬ ਨਹੀਂ ਦੇ ਸਕਦਾ। ਜਿਹੜਾ ਸਾਡੀ ਕਾਂਗਰਸ ਦੀ ਆਰਗੇਨਾਈਜੇਸ਼ਨ ਨੂੰ ਰਨ ਕਰਦੇ ਨੇ, ਇਹ ਸਵਾਲ ਤੁਸੀਂ ਉਹਨਾਂ ਨੂੰ ਕਰੋ, ਬੈਟਰ ਹੋਏਗਾ। ਥੈਂਕ ਯੂ ਸੋ ਮਚ ਸਰ, ਥੈਂਕ ਯੂ। ਤੇ ਸਾਡੇ ਨਾਲ ਗੱਲ ਕਰਨ ਦੇ ਲਈ ਪ੍ਰਤਾਪ ਬਾਜਵਾ ਸਰ, ਜਿਨ੍ਹਾਂ ਨੇ ਬੋਲਿਆ ਹੈ ਕਿ ਆਪੋਜੀਸ਼ਨ ਦੇ ਲੀਡਰ ਨੇ ਔਰ ਭੂਮਿਕਾ ਲਗਾਤਾਰ ਨਿਭਾਉਂਦੇ ਰਹਾਂਗੇ, ਲੇਕਿਨ ਸਭ ਤੋਂ ਵੱਡਾ ਜਿਹੜਾ ਬਿਜਲੀ ਸੰਕਟ ਹੈ ਇਸ ਨੂੰ ਲੈ ਕੇ ਉਹਨਾਂ ਨੇ ਜ਼ਰੂਰ ਗੱਲ ਆਖੀ ਕਿ ਹੁਣ ਦੇਖਣਾ ਹੋਏਗਾ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਰਕਾਰ ਇਸ ਨੂੰ ਨਜਿੱਠਦੀ ਹੈ। ਔਰ ਲੇਕਿਨ ਵਿਰੋਧੀ ਧਿਰ ਦੇ ਵਿੱਚੋਂ ਖੜੇ ਨੇ ਤਾਂ ਲਗਾਤਾਰ ਸਰਕਾਰ ਨੂੰ ਇਸ ਚੀਜ਼ ਨੂੰ ਲੈ ਕੇ ਉਜਾਗਰ ਜ਼ਰੂਰ ਕਰਦੇ ਰਹਾਂਗੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸਮੱਸਿਆਵਾਂ ਨੇ ਔਰ ਕਿਵੇਂ ਔਰ ਕਿਸ ਤਰੀਕੇ ਨਾਲ ਹੱਲ ਕੀਤੀਆਂ ਜਾ ਰਹੀਆਂ ਨੇ। ਕੈਮਰਾਮੈਨ ਦੀਪ ਦੇ ਨਾਲ ਅਮਨਪ੍ਰੀਤ ਕੌਰ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।